की केतक बात है। मैं मूर्ख की केतक बात है। कोट पराधी तरिया रे। गुरु नानक जिन सुनिया पेखिया से फिर गुरबास न परिया रे। ज्ञान ध्यान किछ कर्म न जाना सार न जाना तेरी। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜੁਗੋ ਜੁਗਿਆ ਟਲ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਾਹੀ ਸ਼ਹਿਨਸ਼ਾਹ ਦਸਾਂ ਪਾਤਸ਼ਾਹੀਆਂ ਜੀ ਦੇ ਜਾਗਤ ਜੋਤ ਪ੍ਰਤੱਖ ਸਵਰੂਪ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਾਹਰ ਪੀਰ ਜਗਤ ਗੁਰੂ ਬਾਬਾ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਅਗਮ ਅਗਾਧ ਪੁਰਖ ਦੀਨ ਦੁਨੀ ਦੇ ਮਾਲਕ ਸਰਬ ਸਾਂਝੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤਿਨਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਜੀਆਂ ਦੇ ਨਾਮ ਉੱਪਰ ਸ਼ਸ਼ੋਭਤ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਰਹੇ ਗੁਰੂ ਮਹਾਰਾਜ ਜੀ ਦਾ ਖਾਸ ਸਰੂਪ ਖਾਲਸਾ ਸਾਧ ਸੰਗਤ ਜੀਓ ਸਰਬੱਤ ਸੰਗਤ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਬਾਅਦਬ ਸਹਿਤ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘ ਸਾਹਿਬਾਨ ਜੀ ਪਾਸੋਂ ਆਪ ਜੀ ਗੁਰੂ ਬਾਣੀ ਦਾ ਮਹਾਨ ਫਲਸਫਾ ਕਥਾ ਕੀਰਤਨ ਸੁਖਦਾਈ ਕਲਯੁਗ ਮੈਂ ਕੀਰਤਨ ਪ੍ਰਧਾਨਾ ਮਧੁਰ ਆਵਾਜ਼ ਦੇ ਵਿੱਚ ਗੁਰੂ ਸਵਾਰਿਆਂ ਪਾਸੋਂ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਪਿਆਰੇ ਖਾਲਸਾ ਜੀ, ਸਾਡੀ ਕਾਇਆ ਦੇ ਸਾਡੇ ਸਰੀਰ ਦੇ ਵਿਚਾਰਵਾਨ ਪੁਰਖਾਂ ਨੇ ਦੋ ਭਾਗ ਮੰਨੇ ਨੇ। ਇੱਕ ਨੂੰ ਆਪਾਂ ਮਨ ਕਹਿੰਦੇ ਆ, ਇੱਕ ਨੂੰ ਆਪਾਂ ਮਤ ਕਹਿੰਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਲਸਫਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਇਆ ਦ੍ਰਿਸ਼ਟੀ ਸਦਕਾ ਆਪਾਂ ਵਿਚਾਰ ਕਰਨੀ। ਸਾਡੇ ਸਰੀਰ ਦੇ ਆਪਾਂ ਦੋ ਭਾਗ ਕਹਿ ਲਓ। ਪਛਮ ਵਾਲੇ ਵਿਦਵਾਨ ਨੂੰ ਕਹਿੰਦੇ ਨੇ ਦਿਲ ਤੇ ਦਿਮਾਗ।
ਸਾਡੀ ਇਸ ਸਭਿਅਤਾ ਦੇ ਵਿੱਚ ਜਿਹਦੇ ਵਿੱਚ ਆਪਾਂ ਜੀ ਰਹੇ ਹਾਂ, ਗੁਰਬਾਣੀ ਨੇ ਔਰ ਸਾਡੇ ਇਸ ਭਾਰਤ ਵਰਸ਼ ਦੇ ਫਲਸਫੇ ਨੇ ਇਸ ਦੇ ਉੱਪਰ ਬਹੁਤ ਜ਼ੋਰ ਦਿੱਤਾ। ਮਨ ਔਰ ਮਤ। ਸਾਧ ਸੰਗਤ ਜੀ, ਜਿਹੜਾ ਮਨ ਹੈ ਨਾ ਜੀ, ਇਹਦਾ ਸੁਭਾਅ ਚੰਚਲਤਾਈ ਵਾਲਾ। ਮਨ ਦਾ ਸੁਭਾਅ ਇੱਧਰ ਉੱਧਰ ਭਟਕਣਾ, ਚੰਚਲਤਾਈ ਵਾਲਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਉੱਪਰ ਕੀ ਪਰਉਪਕਾਰ ਕੀਤਾ। ਮਨ ਨੂੰ ਸਥਿਰ ਲੜੀ ਦੇ ਵਿੱਚ ਪਰੋਣ ਵਾਸਤੇ ਮਹਾਰਾਜ ਜੀ ਨੇ ਕੀਰਤਨ ਦੀ ਦਾਤ ਦਿੱਤੀ। ਮਨ ਦੀ ਚੰਚਲਤਾਈ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਨੇ ਕੀਰਤਨ ਦੀ, ਹਰ ਕੀਰਤਨ ਦੀ ਪ੍ਰਣਾਲੀ ਦਿੱਤੀ। ਆਪਣੀ ਸੁਰਤੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਹ ਪਹਿਲਾ ਬਚਨ, ਜਿਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਆਗਮਨ ਰਾਏ ਭੋਏ ਦੀ ਤਲਵੰਡੀ, ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਹੈ, ਉਹ ਬਰਕਤਾਂ ਭਰੀ, ਭਾਗਾਂ ਭਰੀ ਧਰਤੀ, ਜਿਹਦੇ ਜਰੇ ਜਰੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੰਬੰਧ ਬਣੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਤਲਵੰਡੀ ਦੇ ਖਿੱਤੇ ਨੂੰ ਸਰਸ਼ਾਰ ਕੀਤਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਤਲਵੰਡੀ ਦੇ ਵਿੱਚ ਵਿਚਰਦਿਆਂ ਭਾਈ ਮਰਦਾਨਾ ਜੀ ਦੇ ਨਾਲ ਜਦੋਂ ਪਹਿਲਾ ਮਿਲਾਪ ਹੋਇਆ, ਕੀਰਤਨ ਤੇ ਬਾਬਾ ਮਰਦਾਨਾ ਜੀ ਪਹਿਲਾਂ ਵੀ ਕਰਦੇ ਸੀ, ਰਾਗ ਜਾਣਦੇ ਸੀ, ਸਾਜ਼ਾਂ ਦੇ ਵਿੱਚ ਵੀ ਬੜੀ ਮਹੱਤਤਾ ਸੀ, ਕੰਠ ਬੜਾ ਪਿਆਰਾ ਸੀ, ਲੈ ਬੜੀ ਪਰਪੱਕ ਸੀ, ਪਰ ਉਹ ਰਾਗ ਦੇ ਵਿੱਚ ਕੁਝ ਹੋਰ ਪਾ ਕੇ ਗਾਉਂਦੇ ਸੀ। ਜਿਸ ਵਕਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਹਿਲੀ ਵਾਰ ਮਿਲਾਪ ਹੋਇਆ ਤੇ ਸਾਥੀ ਵੀ ਨੇ, ਉਸੇ ਨਗਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ, ਉਸੇ ਨਗਰ ਦੇ ਵਿੱਚ ਹੀ ਬਾਬਾ ਮਰਦਾਨਾ ਜੀ ਦਾ, ਭਾਈ ਬਦਰੇ ਜੀ ਦੇ ਘਰ ਜਨਮ ਹੋਇਆ। ਤੇ ਸਿੱਖ ਇਤਿਹਾਸ ਦੀ ਰਵਾਇਤ ਇਹ ਦੱਸਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਲੋਂ ਬਾਬਾ ਮਰਦਾਨਾ ਜੀ ਉਮਰ ਵਿੱਚ ਵੱਡੇ ਨੇ। ਕਿਸੇ ਨੇ 8 ਸਾਲ ਕਿਹਾ, ਕਿਸੇ ਨੇ 10 ਸਾਲ, ਰੋ ਵਿਚਾਰ ਵੀ ਵੱਡੇ ਨੇ। ਤੇ ਕੀਰਤਨ ਤੇ ਉਹ ਪਹਿਲਾਂ ਵੀ ਕਰਦੇ ਸੀ, ਰਾਗ ਦੀ ਜਾਣਕਾਰੀ ਰੱਖਦੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵਕਤ ਸੁਣਿਆ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਗਏ, ਰਾਗ ਦੇ ਵਿੱਚ ਮਗਨ ਹੋ ਗਏ, ਭਿੱਜ ਕੇ ਸੁਣਿਆ। ਜਦੋਂ ਰਾਗ ਦੀ ਸਮਾਪਤੀ ਹੋਈ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਖਰ ਜਨਮ ਸਾਖੀ ਦੇ ਵਿੱਚ ਭਲਾ ਰਬਾਬ ਵਜਾਇਂਦਾ, ਭਲਿਆ ਪੁਰਖਾ ਕੀਰਤਨ ਸੋਹਣਾ ਕਰਦਾ। ਇਹ ਰਾਗ ਭਾਂਡਾ ਹੈ, ਜੇ ਇਹਦੇ ਵਿੱਚ ਪਰਮੇਸ਼ਰ ਦੀ ਕਾਈ ਸਿਫਤ ਪਾ ਕੇ ਕਰੇ, ਇਹਦੇ ਵਿੱਚ ਬਾਣੀ ਗਾਏ, ਸ਼ਬਦ ਗਾਏ ਤੇ ਤੇਰਾ ਉਧਾਰ ਹੋਸੀ, ਤੇਰਾ ਉਧਾਰ ਹੋ ਜਾਵੇਗਾ। ਲੋਕ ਵੀ ਸਵਰੇਗਾ ਤੇ ਪਰਲੋਕ ਵੀ ਸਵਰੇਗਾ। ਤੇ ਬਾਬਾ ਮਰਦਾਨਾ ਜੀ ਦਾ ਮੋੜਵਾਂ ਉੱਤਰ ਸੀ, ਬਾਬਾ ਮੈਂ ਇਸਲਾਮ ਨਾਲ ਸੰਬੰਧ ਰੱਖਦਾ, 5 ਨਮਾਜ਼ਾਂ ਦਾ ਧਾਰਨੀ ਆ, ਮੈਨੂੰ ਮੇਰੇ ਨਬੀ ਰਸੂਲ ਦਾ ਸਿਰਫ ਲੋਕ ਸਵਾਰਨ ਦਾ ਹੁਕਮ ਹੈ, ਪਰਲੋਕ ਉਹ ਆਪੇ ਸਵਾਰ ਦੇਗਾ। ਜਦੋਂ ਕਿਆਮਤ ਦਾ ਦਿਨ ਆਏਗਾ ਤੇ ਪਰਲੋਕ ਦਾ ਫਿਕਰ ਉਹਨੂੰ ਹੋਵੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਪਿਆਰਾ ਸਵਾਦ ਇੱਥੇ ਜਨਮ ਸਾਖੀਆਂ ਦੇ ਵਿੱਚ ਮਿਲਦਾ। ਰੋ ਵਿਚਾਰ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਦੀਖਿਆ ਪ੍ਰਵਾਨ ਕਰ ਲਈ ਤੇ ਗੁਰੂ ਨਾਨਕ ਰਹਿਮਤ ਦੇ ਘਰ ਦੇ ਵਿੱਚ ਆਏ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਹਾਸਲ ਕਰ ਲਈ
ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਕੀਰਤਨ ਦੀ ਦਾਤ ਵੀ ਪ੍ਰਾਪਤ ਹੋ ਗਈ ਬਾਬਾ ਮਰਦਾਨਾ ਜੀ ਨੂੰ। ਸਰੀਰ ਦੇ ਦੋ ਪੱਖ ਆਪਾਂ ਜਿੱਥੋਂ ਵਿਚਾਰ ਆਰੰਭ ਕੀਤੀ ਹੈ, ਮਨ ਔਰ ਮਤ। ਮਨ ਦਾ ਸੁਭਾਅ ਚੰਚਲਤਾਈ ਵਾਲਾ, ਆਪਾਂ ਹਰ ਰੋਜ਼ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਸਰਵਣ ਕਰਦੇ, ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਤੇ ਸਤਿਗੁਰੂ ਜੀ ਨੇ ਚੰਚਲਤਾਈ ਨੂੰ ਦੂਰ ਕਰਨ ਵਾਸਤੇ, ਭਟਕਦੇ ਹੋਏ ਹਿਰਦਿਆਂ ਨੂੰ ਟਿਕਾਉਣ ਵਾਸਤੇ ਕੀਰਤਨ ਦੀ ਦਾਤ ਦੇ ਕੇ ਨਿਵਾਜਿਆ। ਤੇ ਦੂਸਰਾ ਜਿਹੜਾ ਭਾਗ ਜਿਹਨੂੰ ਆਪਾਂ ਮਤ ਕਹਿੰਦੇ ਆ, ਹੁਣ ਮਤ ਦਾ ਕੰਮ ਕੀ ਹੈ? ਇਹਨੇ ਨਿਰਣਾ ਕਰਨਾ ਠੀਕ ਔਰ ਗਲਤ ਦਾ। ਦਿਮਾਗ ਦਾ ਕੰਮ ਕੀ ਹੈ ਜੀ? ਸਹੀ ਫੈਸਲਾ ਕਰਨਾ, ਸਹੀ ਸੋਚ ਦੇ ਧਾਰਨੀ ਹੋਣਾ, ਸਹੀ ਵਿਚਾਰ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ, ਸਹੀ ਸਮੇਂ ਤੇ ਸਹੀ ਫੈਸਲਾ ਲੈਣਾ। ਇਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਸਾਨੂੰ ਬਖਸ਼ਿਸ਼ ਕਰਦੀ। ਵਕਤ ਵਿਚਾਰੇ ਸੋ ਬੰਦਾ ਹੋਏ। ਵਿਚਾਰਵਾਨਾਂ ਦਾ ਵੀ ਇਹ ਮੰਨਣਾ, ਜਿਹੜਾ ਸਹੀ ਸਮੇਂ ਤੇ ਸਹੀ ਫੈਸਲਾ ਲੈਂਦਾ ਉਹ ਬਹੁਤ ਵਧੀਆ ਇਨਸਾਨ ਹੁੰਦਾ। ਤੇ ਮਤ ਦਾ ਸੰਬੰਧ ਹੈ ਠੀਕ ਔਰ ਗਲਤ ਦੀ ਪਰਖ ਕਰਨੀ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਇਹਨਾਂ ਦੋਨਾਂ ਹੀ ਪ੍ਰਣਾਲੀਆਂ ਨੂੰ ਸੁਧਾਰਨ ਵਾਸਤੇ ਮਹਾਰਾਜ ਜੀ ਨੇ ਕੀਰਤਨ ਔਰ ਕਥਾ ਦੀ ਦਾਤ ਬਖਸ਼ਿਸ਼ ਕੀਤੀ। ਮਨ ਦੀ ਚੰਚਲਤਾਈ ਨੂੰ ਦੂਰ ਕਰਨ ਵਾਸਤੇ ਮਹਾਰਾਜ ਜੀ ਨੇ ਹਰ ਕੀਰਤਨ ਦੀ ਦਾਤ ਨਾਲ ਜੋੜਿਆ। ਤੇ ਮਤ ਨੂੰ ਗਿਆਨਵਾਨ ਬਣਾਉਣ ਵਾਸਤੇ, ਵਿਵੇਕ ਬੁੱਧ ਦੇ ਧਾਰਨੀ ਹੋਣ ਵਾਸਤੇ ਗੁਰੂ ਸਵਾਰਿਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਚਾਰ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚੋਂ ਸਰਵਣ ਕਰਦੇ ਹਾਂ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਇਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸਾਨੂੰ ਬਖਸ਼ਿਸ਼ ਦੇ ਕੇ ਨਿਵਾਜਿਆ। ਆਓ ਆਪਣੇ ਮਨ ਨੂੰ ਟਿਕਾਈਏ, ਧਿਆਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ। ਗੁਰੂ ਨੂੰ ਪ੍ਰੇਮ ਧਾਰ ਕੇ, ਮਨ ਦੇ ਵਿੱਚ ਪ੍ਰੇਮਾ ਭਗਤੀ ਕਰਕੇ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਕਿਉਂਕਿ ਇਤਿਹਾਸ ਆਪ ਜੀਆਂ ਨੇ ਬੜੀ ਵਾਰ ਸਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇ ਮੱਕੇ ਦਾ ਜਿਹੜਾ ਸਭ ਤੋਂ ਵੱਡਾ ਕਾਜੀ ਹੈ ਨਾ ਸਾਧ ਸੰਗਤ ਜੀ, ਰੁਕਨਦੀਨ ਜੀ ਦਾ ਨਾਮ ਇਤਿਹਾਸ ਵਿੱਚ ਆਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਤੇ ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ ਦੀ ਗੱਲ ਦੀ ਸ਼ਾਹਦੀ ਭਰੀ ਹੈ। ਪਰ ਇਤਿਹਾਸਿਕ ਤਵਾਰੀਖਾਂ ਦੇ ਅੰਦਰ ਵੱਡਾ ਕਾਜੀ ਰੁਕਨਦੀਨ ਨੂੰ ਕਿਹਾ ਗਿਆ। ਉਹਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਬੜਾ ਲੰਬੇਰਾ ਸੰਵਾਦ ਹੁੰਦਾ, ਵਿਚਾਰ ਗੋਸ਼ਟੀ ਹੁੰਦੀ। ਇਸ ਗੋਸ਼ਟ ਨੂੰ ਮੱਕੇ ਮਦੀਨੇ ਦੀ ਗੋਸ਼ਟ ਨਾਲ ਜਾਣਿਆ ਜਾਂਦਾ ਇਤਿਹਾਸ ਦੇ ਅੰਦਰ। ਤੇ ਉਹਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੜੇ ਪ੍ਰਸ਼ਨ ਜਿਹੜੇ ਉਹਦੇ ਮਨ ਦੇ ਵਲਵਲੇ ਸੀ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਤੋਂ ਪ੍ਰਭਾਵਿਤ ਹੋ ਗਿਆ ਸੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੇ ਜੀਵਨ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਅਹਿਮ ਨੁਕਤਾ ਹੈ, ਆਪਾਂ ਗੁਰੂ ਕਾ ਸਮਾਗਮ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ। ਕੋਸ਼ਿਸ਼ ਕਰੀਏ ਆਪਾਂ ਸਾਰੇ ਕੁਝ ਨਾ ਕੁਝ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਹਿਰਦੇ ਵਿੱਚ ਧਾਰਨ ਕਰਕੇ ਜ਼ਰੂਰ ਜਾਈਏ। ਤੇ ਕਾਜੀ ਰੁਕਨਦੀਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕੋਲੋਂ ਇਹ ਪੁੱਛਦਾ, ਪਾਤਸ਼ਾਹ ਮੇਰੇ ਮਨ ਦਾ ਇੱਕ ਵਲਵਲਾ ਹੈ, ਮੈਨੂੰ ਕਿਰਪਾ ਕਰਕੇ ਬਜ਼ੁਰਗ ਕੌਣ ਹੁੰਦਾ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ
ਆਪਾਂ ਦਰਸ਼ਨ ਕਰਦੇ ਆ। ਆਪਾਂ ਆਮ ਭਾਸ਼ਾ ਦੇ ਵਿੱਚ ਅਸੀਂ ਸਮਝਦੇ ਕਿ ਜਿਹੜਾ ਬਿਰਧ ਹੋ ਚੁੱਕਾ ਹੈ, ਵੀ ਜਿਹੜਾ ਦਾੜਾ ਚਿੱਟਾ ਹੋ ਚੁੱਕਾ, ਸਰੀਰਕ ਅਵਸਥਾ ਬਿਰਧ ਹੋ ਚੁੱਕੀ ਹੈ, ਜਾਂ 50 ਸਾਲ ਦੀ ਵਰੇਸ ਤੋਂ ਉੱਪਰ ਜਾ ਚੁੱਕਾ, ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਠੇਠ ਦੇ ਵਿੱਚ ਕਹਿੰਦੇ ਵੀ ਇਹ ਇਨਸਾਨ ਬੁੱਢਾ ਹੋ ਗਿਆ, ਬੁਢਾਪਾ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਾਰਾਂ ਤੇ ਵਧੀਕ ਇੱਕ ਨਿਵੇਕਲਾ ਗਿਆਨ ਬਖਸ਼ਿਸ਼ ਕਰਦੀ, ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ, ਬਾਬਾ ਬੂੜਾ ਜੀ ਜਵਾਨੀ ਦੇ ਪਹਿਲੇ ਪੜਾਅ ਦੇ ਵਿੱਚ ਮਿਲਾਪ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੀਰਤਨ ਤੋਂ ਪ੍ਰਭਾਵਿਤ ਹੋਏ, ਕੋਲ ਬੈਠੇ ਦੁੱਧ ਛਕਾਇਆ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਵਾਦ ਹੋਇਆ ਤੇ ਪੁੱਛਿਆ ਵੀ ਤੈਨੂੰ ਛੋਟੀ ਉਮਰ ਦੇ ਵਿੱਚ ਇਹ ਸੰਗਤ ਬਾਰੇ, ਮਨ ਦੀ ਸਥਿਰਤਾ ਬਾਰੇ, ਆਵਾਗਮਨ ਬਾਰੇ, ਜੀਵਨ ਦੇ ਮਕਸਦ ਬਾਰੇ ਕਿਵੇਂ ਪਤਾ ਲੱਗਾ? ਉਮਰ ਤਾਂ ਤੇਰੀ ਛੋਟੀ ਹੈ, ਪਰ ਗੱਲਾਂ ਤੇਰੀਆਂ ਬਜ਼ੁਰਗਾਂ ਵਾਲੀਆਂ ਨੇ, ਬੁੱਢਿਆਂ ਵਾਲੀਆਂ ਨੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਜਿਹੜੀ ਬੁੱਢਾ ਸ਼ਬਦ ਹੈ, ਉਹ ਬਾਬਾ ਬੁੱਢਾ ਸਾਹਿਬ ਜੀ ਪਹਿਲਾ ਨਾਮ ਮਾਤਾ ਪਿਤਾ ਨੇ ਬੂੜਾ ਰੱਖਿਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਦਾਤ ਬਖਸ਼ਿਸ਼ ਕੀਤੀ ਵੀ ਹੈ ਜਵਾਨ ਹੈ, ਪਰ ਗੱਲਾਂ ਬਜ਼ੁਰਗਾਂ ਵਾਲੀਆਂ। 125 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ। ਸਿੱਖ ਇਤਿਹਾਸ ਦੀ ਤਵਾਰੀਖ ਇਹ ਦੱਸਦੀ ਵੀ 12 ਸਾਲ ਦੇ ਸੀ ਜਦੋਂ ਗੁਰੂ ਕੀ ਸਿੱਖਿਆ ਹਾਸਲ ਕੀਤੀ, ਤੇ 113 ਸਾਲ ਤੱਕ ਗੁਰੂ ਪਿਆਰਿਓ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੀ ਅਥਾਹ ਸੇਵਾ ਕੀਤੀ। ਤੇ ਅੱਜ ਤੱਕ ਸਿੱਖ ਇਤਿਹਾਸ ਦੀ ਤਵਾਰੀਖ ਦੇ ਵਿੱਚ ਵੀ ਸ਼ਬਦ ਦਰਜ ਨੇ ਬਾਬਾ ਬੁੱਢਾ ਸਾਹਿਬ ਜੀ। ਗੱਲ ਸਰੀਰਕ ਅਵਸਥਾ ਦੀ ਬਜ਼ੁਰਗੀ ਦੀ ਨਹੀਂ। ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀਆਂ ਗਜ਼ਲਾਂ ਦੇ ਵਿੱਚ ਇਹਨੂੰ ਹੋਰ ਖੋਲ ਕੇ ਦੱਸਿਆ ਕਿ ਜਿਨ੍ਹਾਂ ਦੀ ਬੁੱਧੀ ਦਾ ਪ੍ਰਗਾਸ ਹੋ ਗਿਆ, ਵਿਵੇਕ ਬੁੱਧ ਆ ਗਈ, ਉਹ ਛੋਟੀ ਉਮਰ ਦੇ ਵਿੱਚ ਵੀ ਦਾਨੇ ਪ੍ਰਧਾਨੇ ਬਜ਼ੁਰਗਾਂ ਦੇ ਵਿੱਚ ਗਿਣੇ ਜਾ ਸਕਦੇ ਨੇ। ਜਿਵੇਂ ਇਤਿਹਾਸਕ ਸਿਧਾਂਤ ਆਪਾਂ ਵਿਚਾਰੀਏ, ਛੋਟੀ ਉਮਰ ਦੇ ਵਿੱਚ ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ। ਸਰੀਰਕ ਵਰੇਸ ਉਮਰ ਭਾਵੇਂ ਬਹੁਤ ਛੋਟੀ ਹੈ, ਪਰ ਜੋ ਜੀਵਨ ਦਾ ਮਕਸਦ ਉਹਨਾਂ ਸਾਡੇ ਸਾਹਮਣੇ ਲਿਆ ਕੇ ਰੱਖ ਦਿੱਤਾ। ਹੋ ਸਕਦਾ ਸੀ ਅਸੀਂ 80 ਸਾਲ ਦੇ ਵੀ ਹੋ ਜਾਈਏ, 70 ਸਾਲ ਦੇ ਵੀ ਹੋ ਜਾਈਏ, ਅਸੀਂ ਜੀਵਨ ਦੇ ਵਿੱਚ ਉਹ ਕਾਰਨਾਮਾ ਨਹੀਂ ਕਰ ਸਕਦੇ। ਹੁਣ ਕਾਜੀ ਰੁਕਨਦੀਨ ਜਿਹੜਾ ਮੱਕੇ ਦਾ ਕਾਜੀ, ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬਜ਼ੁਰਗੀ ਦੇ ਲੱਛਣ ਪੁੱਛਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਮੇਰੇ ਮਨ ਦਾ ਬਲਬਲਾ, ਮੈਨੂੰ ਕੋਈ ਨਿਵੇਕਲਾ ਗਿਆਨ, ਕੋਈ ਸਿੱਖਿਆ ਦੇ ਕੇ ਜਾਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਸਵਾਰਿਓ ਮੱਕੇ ਮਦੀਨੇ ਦੀ ਗੋਸ਼। ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਜ਼ਿਆਰਤ ਕਰਨ ਗਏ ਤੀਜੀ ਉਦਾਸੀ ਸਮੇਂ, ਕਾਜੀ ਰੁਕਨਦੀਨ ਨੂੰ ਉਪਦੇਸ਼ ਦਿੱਤਾ। ਇਹ ਸਾਧ ਸੰਗਤ ਜੀ ਮਤਾ ਇਹ ਸਮਝੀਏ ਵੀ ਇਹ ਗਿਆਨ ਕੱਲਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸਲਾਮ ਵਿੱਚ ਜੋੜ ਕਰਕੇ ਕਾਜੀ ਰੁਕਨਦੀਨ ਨੂੰ ਦਿੱਤਾ। ਇਹ ਗੱਲਾਂ ਸਾਡੇ ਵਾਸਤੇ ਵੀ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੀ ਗੱਲ ਕਾਜੀ ਰੁਕਨਦੀਨ ਨੂੰ ਕਹਿੰਦੇ ਨੇ ਕਿ ਵਿਵੇਕ ਬੁੱਧ ਦਾ ਚੰਗੀ ਮਤ, ਚੰਗੇ ਜੀਵਨ ਦਾ ਮਕਸਦ ਜਿਹੜਾ ਹੈ, ਸਭ ਤੋਂ ਪਹਿਲਾ ਬਜ਼ੁਰਗੀ ਦਾ ਲੱਛਣ ਇਹ ਹੈ ਨੀਅਤ ਰਾਸ ਹੋਵੇ। ਨੀਤ ਸ਼ਬਦ ਐੜੇ ਨਾ ਹੈ, ਨੰਨੇ ਪਿਆਰੀ ਐੜਾ ਤੱਤਾ ਨੀਅਤ। ਰਾਸ ਤੋਂ ਭਾਵ ਹੈ ਚੰਗੀ ਹੋਵੇ, ਸਾਫ਼ ਹੋਵੇ, ਮਤ ਸਾਫ਼ ਹੋਵੇ। ਤੇ ਦੂਜੀ ਬੜੀ ਪਿਆਰੀ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਕਾਜੀ ਰੁਕਨਦੀਨ ਨੂੰ ਕਹੀ ਵੀ ਬਜ਼ੁਰਗੀ ਦਾ ਲੱਛਣ ਇਹ ਵੀ ਹੈ ਵੀ ਕਿਸੇ ਦਾ ਗੁਣ ਸੁਣ ਕੇ, ਕਿਸੇ ਦੂਸਰੇ ਦਾ ਗੁਣ ਵੇਖ ਕੇ ਤੇ ਮਨ ਦੇ ਵਿੱਚ ਕਦੀ ਈਰਖਾ ਪ੍ਰਗਟ ਨਾ ਹੋਵੇ। ਹੁਣ ਇਹ ਗੁਣ ਜਿਹੜਾ ਸਾਧ ਸੰਗਤ ਜੀ ਅਸੀਂ ਆਪਣੇ ਜੀਵਨ ਵਿੱਚ ਵੀ ਜੇ ਧਾਰਨ ਕਰਕੇ ਵੇਖੀਏ, ਸਾਡੇ ਕੋਲ ਕੋਈ ਕਿਸੇ ਦੇ ਗੁਣ ਦੀ ਗੱਲ ਕਰੇ ਵੀ ਫਲਾਣੇ ਸਿੱਖ ਦੇ ਵਿੱਚ ਆਹ ਗੁਣ ਬਹੁਤ ਵਧੀਆ, ਤੇ ਸੱਚ ਜਾਣਿਓ ਮਨ ਹੀ ਮਨ ਦੇ ਵਿੱਚ ਕਿਤੇ ਅੰਦਰ ਹੀ ਈਰਖਾ ਉਤਪੰਨ ਹੋ ਰਹੀ, ਈਰਖਾ ਦਾ ਬੀਜ ਪ੍ਰਜਵਲਿਤ ਹੋ ਰਿਹਾ ਹੁੰਦਾ ਹੈ, ਕਿਉਂਕਿ ਅਸੀਂ ਕਿਸੇ ਦੇ ਗੁਣ ਸੁਣਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ ਫਲਾਣਾ ਕਹੇ ਤੇਰੇ ਵਿੱਚ ਬੜਾ ਗੁਣ ਇਹ ਵੱਡਾ ਹੈ, ਤੇਰੇ ਵਿੱਚ ਇਹ ਗੁਣ ਜਿਹੜਾ ਬੜਾ ਦੀਰਘ ਹੈ, ਤੇ ਜਦੋਂ ਕਿਸੇ ਦੇ ਗੁਣ ਸੁਣਦੇ ਮਨ ਦੇ ਵਿੱਚ ਈਰਖਾ ਪ੍ਰਗਟ ਹੁੰਦੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਕੱਲਾ ਇਹ ਨਾ ਸਮਝਣਾ ਵੀ ਅਸੀਂ ਕਾਜੀ ਰੁਕਨਦੀਨ ਦੇ ਉੱਪਰ ਇਹ ਗੱਲ ਢੁਕਾ ਲੈਣੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਉੱਪਰ ਵੀ ਇਹ ਕਿਰਪਾ ਕੀਤੀ। ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਇਆ। ਗੱਲ ਕਹਿਣ ਨੂੰ ਤੇ ਭਾਵੇਂ ਛੋਟੀ ਹੈ ਵੀ ਦੂਸਰੇ ਦੇ ਉੱਪਰ ਦਇਆ ਕਰਨੀ ਤੇ ਆਪਣੇ ਮਨ ਦੇ ਵਿੱਚ ਸੰਤੋਖੀ ਹੋਣਾ, ਪਰ ਅਸੀਂ ਇਹ ਤੋਂ ਉਲਟ ਕਰ ਰਹੇ ਹਾਂ। ਅਸੀਂ ਇਹਦੇ ਅਰਥ ਉਲਟ ਕਰ ਦਿੱਤੇ ਕਿ ਦਇਆ ਉੱਪਰ ਆਪਣੇ ਉੱਪਰ ਕਰ ਰਹੇ ਤੇ ਸੰਤੋਖ ਅਸੀਂ ਬਾਹਰ ਰੱਖਿਆ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਗੱਲ ਕਾਜੀ ਰੁਕਨਦੀਨ ਨੂੰ ਕਹੀ, ਕਾਜੀ ਜੇ ਤੂੰ ਵਾਕਈ ਸਿੱਖਿਆ ਹਾਸਲ ਕਰਨਾ ਚਾਹੁੰਦਾ, ਪਹਿਲਾਂ ਮਨ ਦੀ ਮਤ ਨੂੰ ਆਪਣੀ ਮਤ ਨੂੰ ਸਾਫ਼ ਕਰ ਲੈ, ਨੀਅਤ ਰਾਸ ਕਰ ਲੈ। ਇਸ ਦਾ ਹਵਾਲਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਆਪਾਂ ਵਿਚਾਰੀਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸਾਰੀ ਗੱਲਬਾਤ ਦੇ ਸਿਲਸਿਲੇ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਅੰਦਰ ਅੰਕਿਤ ਕੀਤਾ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਪੰਜ ਨਿਮਾਜ਼ਾਂ ਵਖਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਹੁਣ ਜੇ ਆਪਾਂ ਗੁਰੂ ਸਵਾਰਿਓ ਇਹਦੇ ਅਰਥ ਕਰੀਏ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਗੱਲ ਤੇ ਨਮਾਜ਼ ਦੀ ਕੀਤੀ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਸਾਰੇ ਜਗਤ ਜਲੰਦੀ ਨੂੰ ਦਿੱਤਾ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸੰਜ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਾਜੀ ਰੁਕਨਦੀਨ ਕਹਿੰਦਾ, ਬਾਬਾ ਮੈਂ ਇਸਲਾਮ ਦੀ ਜਿਹੜੀ ਸ਼ਰੀਅਤ ਹੈ ਉਹਦੇ ਅਨੁਸਾਰ ਪੰਜ ਨਮਾਜ਼ਾਂ ਦਾ ਧਾਰਨੀ ਹੈ। ਵੱਖ-ਵੱਖ ਸਮੇਂ ਤੇ ਜਿਹੜੀਆਂ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਮੈਂ ਬੜੀ ਤੰਦੇਹੀ ਦੇ ਨਾਲ, ਸ਼ਿੱਦਤ ਦੇ ਨਾਲ ਉਹ ਨਮਾਜ਼ਾਂ ਅਦਾ ਕਰਦਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਦਾ ਵੀ ਤੁਸੀਂ ਕਿਹੜੀ ਨਮਾਜ਼ ਕਰਦੇ ਹੋ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉੱਥੇ ਆਪਣੀ ਨਮਾਜ਼ ਦੱਸੀ ਹੈ ਕਿ ਮੇਰੀ ਨਮਾਜ਼ ਇਹ ਹੈ, ਪਹਿਲਾਂ ਮੈਂ ਸੱਚ ਦਾ ਧਾਰਨੀ, ਪਹਿਲਾਂ ਸੱਚ, ਪੰਜ ਨਮਾਜ਼ਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ। ਵੀ ਮੈਂ ਜਿਹੜਾ ਤੁਸੀਂ ਹਰਾਮ ਸ਼ਬਦ ਵਰਤਦੇ ਹੋ, ਸਾਡੇ ਫਲਸਫੇ ਦੇ ਵਿੱਚ ਉਹ ਸ਼ਬਦ ਨਹੀਂ। ਅਸੀਂ ਧਰਮ ਦੀ ਕਿਰਤ ਕਰਨ ਵਾਲੇ ਜੀਵ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ ਹੈ, ਕਿਰਤ ਕਰੋ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਪਹਿਲਾ ਸੱਚ ਦਾ ਧਾਰਨੀ ਹਾਂ, ਦੂਜਾ ਹਲਾਲ ਦੇ ਉੱਪਰ ਪਹਿਰਾ ਦੇਣਾ ਹਾਂ, ਤੀਜੀ ਸਿਫਤ ਸੁਣਾਏ, ਪਰਮੇਸ਼ਰ ਦੀ ਸਿਫਤ ਕਰਦੇ ਆ, ਚੌਥੀ ਨੀਅਤ ਰਾਸ ਮਨ। ਚੌਥੀ ਗੱਲ ਆਪਣੇ ਮਨ ਦੇ ਵਿੱਚ ਅਸੀਂ ਧਾਰਨ ਕੀਤੀ ਵੀ ਆਪਣੀ ਨੀਤ ਨੂੰ ਸਾਫ਼ ਰੱਖਿਆ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਵਿੱਚੋਂ ਵੀ ਪ੍ਰਗਟ ਹੋ ਗਿਆ ਤੇ ਇਤਿਹਾਸ ਵਿੱਚੋਂ ਵੀ ਪ੍ਰਗਟ ਹੋ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਾਜੀ ਰੁਕਨਦੀਨ ਨੂੰ ਕਿਹਾ ਵੀ ਪਹਿਲਾਂ ਤੇਰੀ ਨੀਅਤ ਸਾਫ਼ ਹੋਵੇ, ਦੂਸਰਾ ਤੈਨੂੰ ਕਿਸੇ ਦੇ ਗੁਣ ਸੁਣ ਕੇ ਮਨ ਦੇ ਵਿੱਚ ਖੁਸ਼ੀ ਹੋਵੇ, ਤੇ ਤੀਸਰੀ ਕਾਜੀ ਤੇਰੇ ਅੰਦਰ ਇਹ ਗੱਲ ਹੋਵੇ ਕਿ ਕਿਸੇ ਦੇ ਗੁਣ ਵੇਖ ਕੇ ਤੂੰ ਉਹਦੇ ਵਰਗਾ ਬਣਨ ਦੀ ਜਾਚ ਸਿੱਖੀ।
ਅਸੀਂ ਇਹ ਤੋਂ ਉਲਟ ਕਰ ਰਹੇ ਹਾਂ। ਪਹਿਲੀ ਗੱਲ ਤੇ ਅਸੀਂ ਕਿਸੇ ਦੇ ਗੁਣ ਸੁਣ ਕੇ ਸਾਡੇ ਅੰਦਰ ਖੁਸ਼ੀ ਨਹੀਂ ਉਤਪੰਨ ਹੁੰਦੀ, ਕਿਉਂਕਿ ਸਾਨੂੰ ਮੈਂ ਸੁਣਨ ਦਾ ਸੁਭਾਅ ਬਣ ਚੁੱਕਾ ਹੈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 5ਵੇਂ ਜਾਮੇ ਦੇ ਵਿੱਚ ਉਪਦੇਸ਼ ਹੈ, ਸਭ ਕੋ ਮੀਤ ਹਮ ਹਾਪਨ ਕੀਨਾ, ਹਮ ਸਭਨਾ ਕੀ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰੇ ਰਾਜਨ। ਵੀ ਅਸੀਂ ਤੇ ਈਰਖਾ ਹੀ ਛੱਡ ਦਿੱਤੀ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰੂ ਸਵਾਰਿਓ ਦੂਸਰਾ ਉਪਦੇਸ਼ ਸੀ ਵੀ ਤੈਨੂੰ ਦੂਸਰੇ ਦੇ ਗੁਣ ਸੁਣਨ ਦੀ ਜਾ ਜਾਵੇ। ਭਾਵ ਤੇਰੇ ਅੰਦਰੋਂ ਮੈਂ ਮੇਰੀ ਦੀ ਈਰਖਾ ਮਿਟ ਜਾਵੇ। ਹੁਣ ਆ ਜਿਹੜਾ ਸੰਗਤ ਤੇ ਪੰਗਤ ਵਾਲਾ ਕਨਸੈਪਟ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇ ਕੇ ਸਾਨੂੰ ਨਿਵਾਜਿਆ ਨਾ ਸਾਧ ਸੰਗਤ ਜੀ, ਇਹ ਸਾਡੇ ਅੰਦਰੋਂ ਮਹਾਰਾਜ ਜੀ ਨੇ ਅਹੰਕਾਰ ਦਾ, ਈਰਖਾ ਦਾ, ਮੈਂ ਮੇਰੀ ਦਾ ਪ੍ਰਗਟਾਵਾ ਖਤਮ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਦਿੱਤੀ ਵੀ ਇਹ ਸੰਗਤ ਦੇ ਵਿੱਚ ਉੱਚਾ ਵੀ ਬੈਠ ਸਕਦਾ, ਨੀਵਾਂ ਵੀ ਬੈਠ ਸਕਦਾ, ਰਾਜਾ ਵੀ ਬੈਠ ਸਕਦਾ, ਭਿਖਾਰੀ ਵੀ ਆ ਕੇ ਬੈਠ ਸਕਦਾ। ਪਰ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਇਹ ਸਿਧਾਂਤ ਨਹੀਂ ਸੀ। ਪਿਛਲੇ ਸਮਾਗਮ ਦੇ ਵਿੱਚ ਬੇਨਤੀ ਕੀਤੀ ਸੀ ਵੀ ਬਾਬਾ ਭਗਤ ਨਾਮਦੇਵ ਜੀ, ਜਿਨ੍ਹਾਂ ਨੂੰ ਬੜਾ ਸਰਬੋਤਮ ਸਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿੱਥੇ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿਰ ਝੁਕਾ ਰਹੇ ਹਾਂ, ਉੱਥੇ ਸਾਡਾ ਬਾਬਾ ਨਾਮਦੇਵ ਜੀ ਨੂੰ ਸਿਜਦਾ ਹੋ ਰਿਹਾ, ਸਿਰ ਝੁਕ ਰਿਹਾ, ਬਾਬਾ ਰਵਿਦਾਸ ਸਾਹਿਬ ਜੀ ਨੂੰ ਝੁਕ ਰਿਹਾ, ਬਾਬਾ ਪੀਪਾ ਜੀ ਨੂੰ ਝੁਕ ਰਿਹਾ, ਸਾਰੇ ਭਗਤ ਸਾਹਿਬਾਨਾਂ ਨੂੰ ਸਾਡੀ ਨਮਸਕਾਰ ਹੋ ਰਹੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਰਾਬਰਤਾ ਦਾ ਸਿਧਾਂਤ ਲਾਗੂ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਪਹਿਲਾਂ ਐਸਾ ਵਰਤਾਰਾ ਨਹੀਂ ਸੀ ਵਰਤ ਰਿਹਾ। ਤੁਸੀਂ ਇਤਿਹਾਸ ਪੜ੍ਹਿਆ ਹੋਵੇਗਾ, ਪੁਰਾਤਨ ਸਮੇਂ ਦੇ ਵਿੱਚ ਇੱਥੋਂ ਤੱਕ ਲਿਖਿਆ ਜਾਂਦਾ ਵੀ ਜੇ ਕੋਈ ਨੀਵੀਂ ਜਾਤ ਵਾਲਾ, ਕਿਉਂਕਿ ਮਨੁ ਸਿਮਰਤੀ ਦੇ ਪਾਏ ਹੋਏ ਪੁਆੜੇ ਨੇ, ਜਿਹਨੂੰ ਲੋਕ ਸ਼ੂਦਰ ਕਹਿੰਦੇ ਕਿਤੇ ਬਾਜ਼ਾਰ ਦੇ ਵਿੱਚੋਂ ਲੰਘ ਜਾਂਦਾ ਤੇ ਉੱਚੀ ਜਾਤੀ ਸਵਰਨ ਜਾਤੀ ਵਾਲਾ ਕੋਈ ਅੱਗੋਂ ਆ ਰਿਹਾ ਹੁੰਦਾ ਤੇ ਸ਼ੂਦਰ ਜਾਤੀ ਨੂੰ ਇਹ ਹਦਾਇਤ ਸੀ ਵੀ ਉਹ ਆਪਣੇ ਨਾਲ ਇੱਕ ਛਾਪਾ ਧੋ ਕੇ ਲੈ ਕੇ ਜਾਵੇ ਵੀ ਉਹਦੇ ਪੈਰ ਦੀ ਲੀਹ ਮਿਟਦੀ ਜਾਵੇ, ਉਹਦੇ ਵਿੱਚ ਕਿਤੇ ਉੱਚੀ ਜਾਤੀ ਵਾਲੇ ਦਾ ਪੈਰ ਨਾ ਪੈ ਜਾਵੇ। ਏਡੀ ਵੱਡੀ ਵਰਣ ਵੰਡ ਜਿਹੜੀ ਸਾਡੇ ਸੰਸਾਰ ਦੇ ਵਿੱਚ ਚੱਲ ਪਈ ਸੀ। ਹਸਤ ਖੇਲ ਤੇਰੇ ਦੇਰ ਹੋਏ ਆਇਆ ਵੀ ਧਰਮ ਮੰਦਰ ਦੇ ਵਿੱਚ ਮੱਥਾ ਟੇਕਣ ਦੀ ਇਜਾਜ਼ਤ ਵੀ ਨਹੀਂ ਸੀ, ਗਿਆਨ ਲੈਣ ਦੀ ਇਜਾਜ਼ਤ ਵੀ ਨਹੀਂ ਸੀ। ਜੇ ਗਿਆਨ ਦੀ ਗੱਲ ਨੂੰ ਠੀਕ ਪੜ੍ਹਨਾ ਹੋਵੇ, ਪੰਡਤ ਤਾਰਾ ਸਿੰਘ ਨਰੋਤਮ ਦਾ ਜੀਵਨ ਪੜ੍ਹ ਕੇ ਦੇਖਿਓ, ਪੰਡਤ ਨਿਸ਼ਚਲ ਦਾਸ ਜੀ ਦਾ ਜੀਵਨ ਪੜ੍ਹ ਕੇ ਦੇਖਿਓ, ਇਹਨਾਂ ਦੀਆਂ ਕਿਰਤਾਂ ਪੜ੍ਹ ਕੇ ਦੇਖਿਓ, ਪਤਾ ਲੱਗੇਗਾ ਵੀ ਹੈ ਸਿੱਖੀ ਭੇਸ ਦੇ ਵਿੱਚ ਸੀ। ਇਹਨਾਂ ਦੇ ਮਨ ਦੇ ਵਿੱਚ ਵੀ ਸੰਸਕ੍ਰਿਤ ਪੜ੍ਹੀ ਜਾਵੇ, ਸਾਡੇ ਦੇਸ਼ ਦੀ ਜਿਹੜੀ ਵਿਆਕਰਣ ਦੀ ਸਭ ਤੋਂ ਮਹਿੰਗੀ ਭਾਸ਼ਾ, ਜਿਹਦੇ ਵਿੱਚ ਬਹੁਤਾਤ ਸਾਡੇ ਹਿੰਦੁਸਤਾਨ ਦੇ ਧਾਰਮਿਕ ਗ੍ਰੰਥ ਲਿਖੇ ਗਏ। ਸੱਚ ਜਾਣਿਓ, ਹਿੰਦੁਸਤਾਨ ਦੇ ਵਿੱਚ ਬੋਧ, ਗਿਆ, ਬਨਾਰਸ ਦੇ ਵਿੱਚ ਕਾਸ਼ੀ ਵਿੱਚ ਵਿਦਵਾਨ ਪੰਡਿਤ ਰਹਿੰਦੇ ਸੀ। ਜੇ ਪਤਾ ਲੱਗ ਜਾਂਦਾ ਸੀ ਵੀ ਇਹ ਸਿੱਖ ਨੀਵੀਂ ਜਾਤੀ ਵਾਲਾ ਤੇ ਉਹਨੂੰ ਵਿਦਿਆ ਪੜ੍ਹਾਉਣ ਤੋਂ ਇਨਕਾਰ ਕਰ ਦਿੰਦੇ ਸੀ। ਇੰਨੀ ਈਰਖਾ ਬਣ ਚੁੱਕੀ ਸੀ। ਤੇ ਮਹਾਰਾਜ ਜੀ ਪਾੜੇ ਮਿਟਣ ਵਾਸਤੇ ਆਏ ਸੀ। ਮਹਾਰਾਜ ਜੀ ਨੇ ਸੰਗਤ ਔਰ ਪੰਗਤ ਇਕੱਠੀ ਕਰ ਦਿੱਤੀ। ਤੇ ਬਾਬਾ ਮਰਦਾਨਾ ਜੀ ਦੀ ਆਪਾਂ ਗੱਲ ਆਰੰਭ ਦੇ ਵਿੱਚ ਕੀਤੀ। ਮਹਾਰਾਜ ਨੂੰ ਪਹਿਲਾਂ ਕਿਹਾ, ਮਹਾਰਾਜ ਤੇਰੀ ਜਾਤ ਉੱਚੀ, ਮੇਰੀ ਨੀਵੀਂ। ਬਾਬਾ ਮਰਦਾਨਾ ਜੀ ਦਾ ਜਵਾਬ ਸੀ, ਮਹਾਰਾਜ ਨੇ ਕਿਹਾ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਹਾਂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆਰੀਸ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ। ਬਾਬਾ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤਾ, ਅਵਲ ਅਲਹ ਨੂਰ ਉਪਾਇਆ ਕੁਦਰਤ ਕੀ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਤੇ ਦਸਮ ਪਾਤਸ਼ਾਹ ਜੀ ਨੇ ਉਹੀ ਸਿਧਾਂਤ ਲਾਗੂ ਕੀਤਾ, ਮਾਨਸ ਕੀ ਜਾਤ ਸਭੈ ਇਕੈ ਪਹਿਚਾਨ ਹੋ। ਤੇ ਬਾਬਾ ਰਵਿਦਾਸ ਸਾਹਿਬ ਜੀ ਨੇ ਇਹ ਗੱਲ ਦੀ ਸ਼ਾਦੀ ਪੈਰੀ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥਾ ਛਤਰ ਤਰੇ, ਜਾਂ ਕੀ ਸ਼ੋਧ ਜਗਤ ਕੋ ਲਾਗੇ। ਜਿਹੜੀ ਗੱਲ ਆਪਾਂ ਕਰ ਰਹੇ ਸੀ ਨਾ ਵੀ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਪੈ ਜਾਏ ਤੇ ਉੱਚੀ ਜਾਤੀ ਵਾਲਾ ਅੱਗ ਬਬੂਲਾ ਹੋ ਜਾਂਦਾ ਸੀ। ਜਾਂ ਕੀ ਸ਼ੋਧ ਜਗਤ ਕੋ ਲਾਗੇ, ਤਾਂ ਪਰ ਤੂੰ ਹੀ ਢਰੇ ਨੀਚੋਂ ਊਚ ਕਰੇ ਮੇਰਾ ਗੋਬਿੰਦ।
ਕਾਹੂ ਤੇ ਨਾ ਡਰੈ। ਫਿਰ ਉਸੇ ਗੱਲ ਦੇ ਉੱਪਰ ਆਈਏ, ਕਾਜੀ ਰੁਕਨਦੀਨ ਨੂੰ ਪਹਿਲੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਈ ਵੀ ਨੀਅਤ ਰਾਸ ਕਰ। ਜੇ ਕੁਝ ਪ੍ਰਾਪਤ ਕਰਨਾ ਹੈ ਤੇ ਮਨ ਦੀ ਮਤ ਨੂੰ ਸਾਫ਼ ਕਰ, ਭਾਂਡੇ ਨੂੰ ਸਾਫ਼ ਕਰ ਲੈ। ਦੂਸਰੀ ਜਿਹੜੀ ਅੰਦਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੈਂ ਮੇਰੀ ਈਰਖਾ ਛੁਪੀ ਹੋਈ ਹੈ, ਉਹਨੂੰ ਤਿਆਗ ਦੇ ਤੇ ਆਪਣੇ ਆਪ ਨੂੰ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਮਾਰੇ। ਦਇਆ ਕਰੋ ਕਿਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਵੀ ਆਪਣੇ ਅਵਗੁਣ ਤੈਨੂੰ ਦਿਸਣ ਲੱਗ ਪੈਣ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਏ। ਮਾਇਆ ਮੋਹ ਭਰਮ ਪੈ ਭੂਲੇ। ਜੇ ਗੱਲ ਕਰਨ ਦੀ ਜਾਚ ਸਿੱਖਣੀ ਹੋਵੇ ਤੇ ਗੁਰੂ ਕੀ ਬਾਣੀ ਵਿੱਚੋਂ ਸਿੱਖੋ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗਾਥਾ ਬਾਣੀ ਹੈ ਸਾਧ ਸੰਗਤ ਜੀ, ਇਹ ਗੱਲ ਗੁਣ ਸੁਣਨ ਦੀ ਜਾਚ ਆ ਜਾਵੇ। ਮਹਾਰਾਜ ਜੀ ਨੇ ਕਿਹਾ ਵੀ ਕਿਸ ਚੀਜ਼ ਦਾ ਮਾਣ ਅਸੀਂ ਕਰ ਰਹੇ। ਮਹਾਰਾਜ ਕਹਿੰਦੇ ਸਰੀਰ ਨੂੰ ਕਪੂਰ ਦਾ ਲੇਪ ਕਰ ਲਈਏ, ਚੰਦਨ ਦਾ ਲੇਪ ਕਰ ਲਈਏ, ਤਰ੍ਹਾਂ ਤਰ੍ਹਾਂ ਦੀ ਅਤਰ ਲਾ ਲਈਏ। ਇਸ ਕਾਇਆ ਨੂੰ ਭਾਵੇਂ ਕਿੰਨੇ ਪਦਾਰਥ ਸੁਗੰਧੀ ਵਾਲੇ ਲਾ ਲਈਏ, ਕੁਝ ਸਮੇਂ ਬਾਅਦ ਉਹ ਸੁਗੰਧੀ ਵਾਲੇ ਪਦਾਰਥ ਵੀ ਦੁਰਗੰਧੀ ਦੇ ਵਿੱਚ ਬਦਲ ਜਾਂਦੇ ਨੇ। ਰਾਤ ਸੁਗੰਧੀ ਲਾ ਕੇ ਸੌਂ, ਦਿਨੇ ਉੱਠੋ ਜਾਂ ਕੁਝ ਸਮੇਂ ਬਾਅਦ ਜਦੋਂ ਮੌਸਮ ਬਦਲਦਾ ਆਪਣੇ ਕੋਲੋਂ ਬਦਬੂ ਆਉਣ ਲੱਗ ਪੈਂਦੀ। ਤੇ ਮਹਾਰਾਜ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖਿਆ ਦੇਹੰ ਮਲੀਨ ਮਜਾ ਰੁਦਰ ਦੁਰਗੰਧਾ। ਨਾਨਕ ਅਥ ਗਰਬੇੜ ਅਗਿਆਨਣੋ। ਇਸ ਚੀਜ਼ ਦਾ ਹੀ ਮਾਣ ਅਸੀਂ ਕਰੀ ਜਾ ਰਹੇ। ਬਾਬਾ ਰਵਿਦਾਸ ਸਾਹਿਬ ਜੀ ਨੇ ਤੇ ਬਾਣੀ ਵਿੱਚ ਬਖਸ਼ਿਸ਼ ਕੀਤਾ, ਜੈਸੇ ਭਾਦੋ ਕੂੰਭ ਰਾਜ ਤੂੰ ਤਿਸਤੇ ਖਰੀ ਉਤਾਵਲੀ। ਮਨ ਦਸ ਲਾਜ ਟਕਾ ਚਾਰ ਗਾਂਟੀ, ਐਡੋ ਟੇਡੋ ਜਾਤ। ਜੇ ਕੋਈ ਚੀਜ਼ ਦੀ ਪ੍ਰਾਪਤੀ ਹੋ ਗਈ ਤੇ ਮਨ ਦੇ ਵਿੱਚ ਗਰਭ ਆ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਕਾਜੀ ਰੁਕਨਦੀਨ ਦੇ ਉਪਦੇਸ਼ ਰਾਹੀਂ ਸਾਨੂੰ ਸਾਰਿਆਂ ਨੂੰ ਇਹ ਬਚਨ ਦਿੱਤਾ ਹੈ ਵੀ ਦੂਜੀ ਗੱਲ ਪਹਿਲੀ ਨੀਅਤ ਸਾਫ਼, ਦੂਜੇ ਦੇ ਗੁਣ ਸੁਣ ਕੇ ਮਨ ਦੇ ਵਿੱਚ ਖੁਸ਼ੀ ਹੋਵੇ। ਤੀਸਰੀ ਗੱਲ ਕਾਜੀ ਰੁਕਨਦੀਨ ਆਪਣੇ ਜੀਵਨ ਦੇ ਅੰਦਰ ਇਹ ਧਾਰਨ ਕਰ ਵੀ ਕਿਸੇ ਦੇ ਵਰਗਾ ਬਣਨ ਦੀ, ਚੰਗੇ ਵਰਗਾ ਬਣਨ ਦੀ ਤੈਨੂੰ ਜਾਚ ਆ ਜਾਵੇ। ਇਹ ਵੀ ਤੇਰੇ ਮਨ ਅੰਦਰ ਚਾਅ ਪੈਦਾ ਹੋ ਜਾਵੇ। ਪਰ ਅਸੀਂ ਉਲਟ ਕਰ ਰਹੇ ਹਾਂ। ਅਸੀਂ ਕਹਿੰਦੇ ਵੀ ਕੋਈ ਮੇਰੇ ਵਰਗਾ ਬਣੇ, ਅਸੀਂ ਚੰਗੇ ਵਰਗੇ ਨਾ ਬਣੀਏ। ਗੱਲੀ ਅਸੀਂ ਚੰਗੀਆਂ, ਗੱਲੀ ਬਾਤੀ ਤਾਂ ਅਸੀਂ ਬੜੀ ਚੰਗੀਆਂ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਲਸਫਾ ਇੱਥੇ ਆ ਕੇ ਟੁਕਦਾ। ਮਹਾਰਾਜ ਜੀ ਕਹਿੰਦੇ ਗੁਰ ਮਿਲ ਚੱਜ ਆਚਾਰ, ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਦੂਸਰੇ ਦੇ ਗੁਣ ਵੇਖ ਕੇ ਚੰਗਿਆਈ ਤੇਰੇ ਅੰਦਰ ਆਵੇ ਤੇ ਚੰਗੇ ਵਰਗਾ ਬਣਨ ਦੀ ਤੈਨੂੰ ਜਾਚ ਆ ਜਾਵੇ। ਤੀਸਰੀ ਗੱਲ ਬਜ਼ੁਰਗੀ ਦੀ ਇਹ ਹੈ। ਤੇ ਮਹਾਰਾਜ ਜੀ ਨੇ ਸਾਧ ਸੰਗਤ ਜੀ ਚੌਥੀ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਵੀ ਸੱਚ ਦਾ ਧਾਰਨੀ ਹੋ ਕੇ ਸੰਗਤ ਕਰਿਆ ਕਰ। ਆਪਣੇ ਮਨ ਨੂੰ, ਜਿੱਥੋਂ ਆਪਾਂ ਵਿਚਾਰਾਂ ਦੀ ਪ੍ਰਾਰੰਭਤਾ ਕੀਤੀ, ਸਾਡੀ ਕਾਇਆ ਦੇ ਦੋ ਭਾਗ ਨੇ, ਮਨ ਔਰ ਮਤ। ਕਥਾ ਕੀਰਤਨ ਸੁਖਦਾਈ। ਮਹਾਰਾਜ ਨੇ ਕਿਹਾ ਬੱਧ ਖਿਆਲਾਂ ਤੋਂ ਤੇ ਬੱਧ ਭਗਤਾਂ ਤੋਂ, ਉਹਨਾਂ ਦੀ ਸੰਗਤ ਤੋਂ ਸੰਕੋਚ ਕਰਿਆ ਕਰ। ਇਹੀ ਗੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਾਬਾ ਕਬੀਰ ਸਾਹਿਬ ਜੀ ਨੇ ਕਹੀ, ਕਬੀਰ ਸਾਖਤ ਸੰਗ ਨਾ ਕੀਜੀਐ, ਬਦ ਭਗਤਾਂ ਦੀ ਸੰਗਤ ਤੋਂ ਬਚ ਜਾ। ਦੂਰ ਹੋ ਜਾਈਏ ਭਾਗ, ਦੂਰ ਹੈ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਿਛ ਲਾਗੈ ਦਾਗ। ਕਿ ਜੇ ਟੁੱਟੇ ਹੋਏ ਦੀ ਸੰਗਤ, ਕਿਸੇ ਜੁਆਰੀ ਦੀ ਸੰਗਤ, ਨਸ਼ੇੜੀ ਦੀ ਸੰਗਤ ਕਰੇਗਾ, ਜੀਵਨ ਬਰਬਾਦੀ ਵਾਲੇ ਜਾਏਗਾ। ਕਾਲਾ ਭਾਂਡਾ, ਤੇਰਾ ਜੀਵਨ ਚਿੱਟਾ ਹੈ, ਉਹਦੀ ਸੰਗਤ ਕਰੇਗਾ, ਕੋਈ ਨਾ ਕੋਈ ਕਾਲਖ ਜ਼ਰੂਰ ਤੇਰੇ ਜੀਵਨ ਤੇ ਛੱਡ ਕੇ ਜਾਏਗਾ। ਬਾਸਨ ਕਾਰੋ, ਕਾਲਾ ਭਾਂਡਾ, ਪਰਸੀਏ ਤਉ ਕਿਛ ਲਾਗੈ ਦਾਗ। ਤੇ ਮਹਾਰਾਜ ਜੀ ਕਾਜੀ ਰੁਕਨਦੀਨ ਨੂੰ ਉਪਦੇਸ਼ ਬਖਸ਼ਿਸ਼ ਕਰਕੇ ਸਾਨੂੰ ਵੀ ਉਪਦੇਸ਼ ਦੇ ਰਹੇ ਨੇ ਵੀ ਬੱਧ ਭਗਤਾਂ ਦੀ ਸੰਗਤ ਤੋਂ ਤੇ ਬੱਧ ਖਿਆਲਾਂ ਤੋਂ ਆਪਣੇ ਮਨ ਨੂੰ ਹੋੜਨਾ ਹੈ।
ਤੇ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਇਹ ਸਤਿਗੁਰੂ ਦੇ ਕੋਲੋਂ ਜਾਚ ਸਿੱਖਦੇ ਹਾਂ, ਸਿੱਖਾਂ ਦਾ ਮਨ ਨੀਵਾ, ਮੱਤ ਉੱਚੀ, ਮੱਤ ਪੱਤ ਦਾ ਰਾਖਾ ਆਪ ਵਾਹਿਗੁਰੂ। ਤੇ ਤੀਸਰੀ ਗੱਲ ਜਿਹੜੀ ਅਰਦਾਸ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਿਖਾਈ, ਉਹੀ ਗੱਲ ਕਾਜੀ ਰੁਕਨਦੀਨ ਨੂੰ ਕਹੀ ਵੀ ਕਿਸੇ ਬੁਰੇ ਨੂੰ ਵੇਖ ਕੇ ਵੀ ਤੇਰੇ ਮਨ ਦੇ ਅੰਦਰ ਭਲਾ ਕਰਨ ਦਾ ਖਿਆਲ ਆ ਜਾਵੇ। ਜਿਹੜੀ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਕਹੀ ਵੀ ਨਾਨਕ ਨਾਮ ਚੜ੍ਹਦੀ ਕਲਾ, ਆਪਾਂ ਸਾਰੇ ਅਰਦਾਸ ਦੇ ਵਿੱਚ ਕਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੀ ਗੱਲ ਆਪਾਂ ਕਰਦੇ ਹਾਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਇਹ ਵੀ ਸਿੱਖਿਆ ਦਿੱਤੀ ਵੀ ਤੇਰੇ ਅੰਦਰ ਇਹ ਵੀ ਖਿਆਲ ਆ ਜਾਵੇ ਵੀ ਮੈਂ ਬੁਰੇ ਦਾ ਵੀ ਭਲਾ ਕਰਨਾ। ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਸਾਧ ਸੰਗਤ ਜੀ, ਇਸ ਪੰਕਤੀ ਦੇ ਅਰਥ ਕਰਦਿਆਂ ਸਾਡੇ ਵਿਦਵਾਨਾਂ ਨੇ ਬੜੇ ਬੜੇ ਪਿਆਰੇ ਅਰਥ ਕੀਤੇ। ਗੁੱਸਾ ਮਨ ਨਾ ਹੰਡਾਏ, ਇੱਕ ਹੁੰਦਾ ਗੁੱਸਾ ਕਰਨਾ, ਭਾਵੇਂ ਕਿ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਵਿਚਾਰੇ, ਇਹ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਲਸਫਾ ਹੀ ਹੈ। ਇੱਕ ਹੁੰਦਾ ਸਾਧ ਸੰਗਤ ਜੀ ਗੁੱਸਾ ਕਰਨਾ, ਇੱਕ ਹੁੰਦਾ ਗੁੱਸਾ ਹੰਡਾਉਣਾ। ਆਪਾਂ ਘਰਾਂ ਦੇ ਵਿੱਚ ਵਿਚਰਦੇ ਆ, ਗ੍ਰਸਤੀ ਜੀਵਨ ਦੇ ਵਿੱਚ ਰਹਿੰਦੇ ਆ, ਘਰ ਦੇ ਵਿੱਚ ਘਾਟਾ ਵਾਧਾ ਹੋ ਜਾਵੇ ਤੇ ਸਾਡੇ ਅੰਦਰ ਗੁੱਸਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦਾ। ਉਹ ਹੁੰਦਾ ਵੀ ਗੁੱਸਾ ਕੁਝ ਸਮੇਂ ਲਈ ਆਇਆ ਚਲਾ ਗਿਆ। ਇੱਕ ਹੁੰਦਾ ਗੁੱਸਾ ਹੰਡਾਉਣਾ, ਤੇ ਜਿਹੜਾ ਗੁੱਸਾ ਹੰਡਾਉਣਾ ਹੈ ਨਾ, ਜਿਹਨੇ ਇੱਕ ਵਾਰ ਆਪਣੇ ਤਨ ਤੇ ਢਾ ਲਿਆ, ਇਹ ਗੁੱਸਾ ਹੰਡਾਉਣਾ ਇੰਨੀ ਮਾੜੀ ਚੀਜ਼ ਹੈ, ਕਈਆਂ ਪੀੜ੍ਹੀਆਂ ਤੱਕ ਵੈਰ ਹੰਡਾਇਆ ਹੋਇਆ ਪਵਾ ਕੇ ਚਲਿਆ ਜਾਂਦਾ। ਜੇ ਤੁਸੀਂ ਵੀ ਹਰ ਰੋਜ਼ ਖਬਰਾਂ ਪੜ੍ਹਦੇ ਹੋਏਗੇ ਨਾ, ਅਖਬਾਰਾਂ ਤੇ ਸੋਸ਼ਲ ਮੀਡੀਆ ਤੇ, ਕਿਸੇ ਦੇ ਦਾਦੇ ਪੜਦਾਦੇ ਦਾ ਝਗੜਾ ਹੋਇਆ ਸੀ, ਅੱਜ ਆ ਕੇ ਪੋਤਰ ਪੜੋਤਰਿਆਂ ਨੇ ਗਾਂ ਕਿਸੇ ਦਾ ਕਤਲ ਕਰ ਦਿੱਤਾ। ਕਤਲ ਕਿਸ ਗੱਲ ਤੋਂ ਕਰ ਦਿੱਤਾ? ਜੱਜ ਪੁੱਛਦਾ, ਉਹ ਕਹਿੰਦਾ ਜੀ ਫਲਾਣੇ ਸਮੇਂ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਇਹਨਾਂ ਸਾਡੇ ਦਾਦੇ ਨੂੰ ਗਾਲ ਕੱਢੀ ਸੀ। ਤੇ ਉਹ ਗੱਲ ਕਹੀ ਹੋਈ ਇੰਨੀ ਅੰਦਰ ਵੜ ਗਈ, ਇੰਨੀ ਹੰਡ ਗਈ, ਉਹਦਾ ਬਦਲਾ ਜਿਹੜਾ ਅੱਜ ਕਈਆਂ ਸਦੀਆਂ ਬਾਅਦ ਆਣ ਕੇ ਲਿਆ। ਇਹ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਕਈ ਵਾਰ ਗੁੱਸਾ ਹਟਾਉਣਾ, ਨਿੱਕੀ ਨਿੱਕੀ ਗੱਲ, ਸਕੇ ਭਰਾਵਾਂ ਦੇ ਵਿੱਚ ਵੀ ਇਹ ਚੀਜ਼ ਵੇਖਣ ਨੂੰ ਮਿਲ ਜਾਂਦੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਫਲਸਫਾ ਕਰਤਾਰਪੁਰ ਕਰਤਾ ਵਸੇ, ਵੀ ਕਰਤਾਰਪੁਰ ਕਰਤਾ ਕਿਵੇਂ ਵਸਦਾ ਹੈ। ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਘਰਾਂ 'ਚ ਰਹਿਣ ਦੀ ਇਜਾਜ਼ਤ ਸੀ, ਕਰਤਾਰਪੁਰ ਸਾਹਿਬ ਬਣ ਕੇ ਸਿਖਾਈ। ਭਰਾਵਾਂ ਦੇ ਵਿੱਚ ਤਕਰਾਰ ਹੋ ਜਾਵੇ ਨਾ ਸਾਧ ਸੰਗਤ ਜੀ, ਤੇ ਕਈ ਸਾਲ ਵਿਆਹ ਸ਼ਾਦੀਆਂ, ਖੁਸ਼ੀਆਂ ਗਮੀਆਂ ਛੁੱਟ ਜਾਂਦੀਆਂ, ਇਥੋਂ ਤੱਕ ਗੁੱਸਾ ਹੰਡਾਇਆ ਜਾਂਦਾ। ਮੈਂ ਆਪਣੇ ਪਰਿਵਾਰ ਦੀ ਗੱਲ ਦੱਸ ਦਿਆਂ। ਸਾਡੇ ਸ਼ਰੀਕੇ ਦੇ ਵਿੱਚ 2 ਭਰਾਵਾਂ ਦਾ ਝਗੜਾ ਹੋ ਗਿਆ, ਮਾਂ ਪਿਓ ਦੀ ਵੰਡ ਹੋ ਗਈ, ਪੈੜੀ ਨੂੰ ਲੈ ਕੇ ਤਕਰਾਰ ਹੋ ਗਿਆ। ਪਿਤਾ ਦੇ ਕੋਲੋਂ ਕਿਤੇ ਥੋੜੀ ਜਿਹੀ ਗਲਤੀ ਹੋ ਗਈ, ਕਿਤੇ ਕੁਝ ਮਰਲੇ ਕੁਝ ਸਰਸਾਈਆਂ, ਵੱਡੇ ਪੁੱਤਰ ਨੂੰ ਪੈੜੀ ਵੱਧ ਦੇ ਦਿੱਤੀ। ਛੋਟੇ ਪੁੱਤਰ ਨੇ ਇਹਨਾਂ ਕਿਹਾ ਵੀ ਤੂੰ ਮੇਰਾ ਪਿਓ ਨਹੀਂ, ਮੈਂ ਤੇਰਾ ਪੁੱਤ ਨੇ। ਪਿਤਾ ਕਾਲ ਚਲਾਣਾ ਕਰ ਗਿਆ, ਪੁੱਤ ਨਹੀਂ ਵੜਿਆ। ਮਾਤਾ ਕਾਲ ਚਲਾਣਾ ਕਰ ਗਈ, ਪੁੱਤ ਨਹੀਂ ਵੜਿਆ। ਇਹ ਗੱਲ ਹੈ ਗੁੱਸਾ ਹੰਡਾਉਣਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਨੇ ਇਹ ਗੱਲ ਸਾਡੀ ਝੋਲੀ ਵਿੱਚ ਪਾ ਦਿੱਤੀ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕਿਛ ਪਾਏ। ਇਸ ਚੀਜ਼ ਤੋਂ ਵੀ ਬਚਣਾ, ਜਿਹੜੀ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਜੀ ਨੂੰ ਸਮਝਾ ਰਹੇ ਸੀ ਕਿ ਭਲਾ ਕਰਨ ਦੀ ਇਜਾਜ਼ਤ ਸਿੱਖ, ਭਲਾ ਮੰਗਿਆ ਕਰ, ਤੇਰਾ ਜੀਵਨ ਜਿਹੜਾ ਸੰਤੋਖੀ ਹੋਏਗਾ, ਸਬਰ ਦਾ ਧਾਰਨੀ ਹੋਵੇਗਾ, ਤੇ ਪਰਮੇਸ਼ਰ ਤੇਰੇ ਜੀਵਨ ਦਾ ਭਲਾ ਕਰੇਗਾ। ਹੁਣ ਸਾਧ ਸੰਗਤ ਜੀ, ਗੱਲ ਈਰਖਾ ਔਰ ਤਕਰਾਰ ਦੀ ਚੱਲ ਪਈ, ਕਿਉਂਕਿ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਨਗਰ ਵਸਾਇਆ, ਇੱਕ ਦਿਨ ਸੋਸ਼ਲ ਮੀਡੀਆ ਦੇ ਉੱਪਰ ਦੁਬਈ ਦੇ ਵਿੱਚ ਇੱਕ ਵੀਰ ਪ੍ਰਸ਼ਨ ਪੁੱਛ ਰਹੇ ਸੀ। ਉਹਨਾਂ 3 ਪ੍ਰਸ਼ਨ ਪੁੱਛੇ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ, ਸੁਲਤਾਨਪੁਰ ਲੋਧੀ ਔਰ ਕਰਤਾਰਪੁਰ ਸਾਹਿਬ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਮਨ ਹੋਇਆ ਤਲਵੰਡੀ ਵਿਖੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਤ ਵਿਰਤ ਕੀਤੀ ਸੁਲਤਾਨਪੁਰ ਲੋਧੀ ਵਿਖੇ।
ਜੀਵਨ ਦਾ ਅੰਤਲਾ ਪੜਾਅ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਜ਼ਾਰਿਆ ਕਰਤਾਰਪੁਰ ਸਾਹਿਬ ਵਿਖੇ। ਅਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫੁਲਵਾੜੀ ਦੇ ਵਿੱਚ ਬੈਠੇ ਆ। ਇਹ ਚੀਜ਼ ਸਾਡੇ ਕੰਮ ਆਉਣ ਵਾਲੀ ਵੀ ਬੜੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਬੰਧ ਤਲਵੰਡੀ ਰਾਏ ਭੋਏ ਦੀ ਤਲਵੰਡੀ ਨਾਲ ਕਿੰਨਾ ਚਿਰ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਕਿੰਨਾ ਚਿਰ ਰਹੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਕੀ ਸਿੱਖਿਆ ਦਿੱਤੀ ਤੇ ਕਿੰਨਾ ਚਿਰ ਰਹੇ। ਤਕਰੀਬਨ 18-19 ਸਾਲ ਜੀਵਨ ਦੇ ਅੰਤਲੇ ਪੜਾਅ ਦੇ ਵਿੱਚ 1521 ਦੇ ਵਿੱਚ ਮਹਾਰਾਜ ਜੀ ਨੇ ਨਗਰ ਵਸਾਇਆ ਔਰ 1539 ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। 18-19 ਸਾਲ ਦਾ ਸਮਾਂ ਬਣਦਾ। 32 ਸਾਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਬੰਧ ਤਲਵੰਡੀ ਦੇ ਨਾਲ ਰਿਹਾ, ਰਾਏ ਭੋਏ ਦੀ ਤਲਵੰਡੀ ਨਾਲ। 4.5 ਤੋਂ 5.5 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਰਹੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਪਿਆਰੀ ਗਾਥਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ ਕਿ ਬਾਬਾ ਫਿਰ ਕਰਤਾਰਪੁਰ ਆ ਗਿਆ, ਪੈਣ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਸੰਸਾਰੀਆਂ ਵਾਲੇ ਸਾਦੇ ਕੱਪੜੇ ਪਹਿਨ ਲਏ, ਉਦਾਸੀਆਂ ਵਾਲੇ ਕੱਪੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਤਾਰ ਦਿੱਤੇ। ਤੇ ਇੱਕ ਦਿਨ ਗੁਰ ਇਤਿਹਾਸ ਦੇ ਵਿੱਚ ਆਉਂਦਾ ਬਾਬਾ ਬੁੱਢਾ ਸਾਹਿਬ ਜੀ, ਭਾਈ ਲਹਿਣਾ ਜੀ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਖੇਤਾਂ ਨੂੰ ਜਾ ਰਹੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੇ ਬਲਿਓ ਚਿਰਾਗ ਦੇ ਵਿੱਚ ਇਸ ਗੱਲ ਦੀ ਸ਼ਾਹਦੀ ਭਰੀ। ਖੇਤਾਂ ਦੇ ਵਿੱਚ ਵਢਾਈ ਦਾ ਸਮਾਂ ਚੱਲ ਰਿਹਾ ਸੀ, ਕਣਕ ਦੀ ਵਢਾਈ ਹੋ ਰਹੀ। ਅੱਜ ਤੇ ਸਮਾਂ ਜਿਹੜਾ ਡਿਵੈਲਪ ਹੋ ਚੁੱਕਾ, ਕਣਕ ਦਾ ਝਾੜ ਵੱਧ ਗਿਆ, ਨਵੇਂ ਬੀਜ ਆ ਗਏ। ਪੁਰਾਣੇ ਸਮੇਂ ਦੇ ਵਿੱਚ ਇੰਨਾ ਝਾੜ ਨਹੀਂ ਸੀ ਹੁੰਦਾ। ਸਾਡੇ ਬਜ਼ੁਰਗ ਦੱਸਦੇ ਵੀ ਜਦੋਂ ਅਸੀਂ ਖੇਤੀ ਕਰਦੇ ਸੀ ਤੇ ਅੱਜ ਜਿੰਨੀ 1 ਕਿੱਲੇ ਵਿੱਚੋਂ ਕਣਕ ਨਿਕਲਦੀ ਉਹਨੇ 50 ਕਿੱਲਿਆਂ ਦੇ ਵਿੱਚੋਂ ਵੀ ਨਹੀਂ ਸੀ ਨਿਕਲਦੀ। ਮਹਾਂ ਕਣਕ ਘਰ ਖਾਣ ਜੋਗਾ ਆਟਾ ਆਉਂਦਾ ਸੀ। ਤੇ ਜਿਹੜੀ ਗੱਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਸਾਨੂੰ ਮਿਲਦੀ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸਿੱਖ ਜਾ ਰਿਹਾ। ਤੇ ਇੱਕ ਅਚਰਜ ਕੌਤਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖ ਇਹ ਵੇਖਦੇ ਨੇ ਵੀ 2 ਭਰਾ ਨੇ ਉਸ ਕਰਤਾਰਪੁਰ ਸਾਹਿਬ ਜੀ ਦੇ ਵਿੱਚ ਰਹਿਣ ਵਾਲੇ। ਕਰਤਾਰਪੁਰ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਮੀਨ ਮੁੱਲ ਲੈ ਕੇ ਬਣਾਇਆ। ਗੁਰੂ ਸਾਹਿਬ ਜੀ ਨੇ ਜਿਹੜਾ ਵੀ ਨਗਰ ਵਸਾਇਆ ਹੈ, ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, 5 ਪਿੰਡਾਂ ਦੀ ਜ਼ਮੀਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁੱਲ ਖਰੀਦੀ। ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਗੁਰੂ ਨਾਨਕ ਦੇਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜ਼ਮੀਨ ਮਾਖੋਵਾਲ ਦੀ ਧਰਤੀ ਮੁੱਲ ਖਰੀਦੀ। ਹਰਗੋਬਿੰਦਪੁਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਸਾਇਆ, ਜ਼ਮੀਨ ਮੁੱਲ ਖਰੀਦੀ। ਕੋਈ ਵੀ ਨਗਰ ਵਸਾਉਂਦੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਜਵੀਜ਼ ਕੀਤੀ ਬਾਬੇ ਜਿੱਤੀ ਰੰਧਾਵੇ ਨੂੰ। ਗੁਰੂ ਇਤਿਹਾਸ ਵਿੱਚ ਆਉਂਦਾ ਬਾਬਾ ਜਿੱਤਾ ਰੰਧਾਵਾ ਸੇਠ ਕੋਰੜੀ ਮਾਨ ਹੈ। ਇੱਥੇ ਅਸੀਂ ਇਹੋ ਜਿਹਾ ਨਗਰ ਵਸਾਉਣਾ, ਸਾਨੂੰ ਇਲਾਕੇ ਦੀ ਚੋਣ ਕਰਕੇ ਦਿਓ। ਕਲਾਨੌਰ ਦੇ ਇਲਾਕੇ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜ਼ਮੀਨ ਖਰੀਦੀ। 1521 ਔਰ 22 ਦੇ ਦਰਮਿਆਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ। ਉਸ ਨਗਰ ਦਾ ਕੌਤਕ ਹੈ। ਉਸ ਨਗਰ ਦੇ ਵਿੱਚ ਆ ਕੇ ਵੱਖ-ਵੱਖ ਇਲਾਕਿਆਂ ਤੋਂ, ਜਿਵੇਂ ਅੰਮ੍ਰਿਤਸਰ ਦੇ ਵਿੱਚ, ਅੰਮ੍ਰਿਤਸਰ ਸਾਹਿਬ ਦੇ ਵਿੱਚ ਬੜੀਆਂ ਸੰਗਤਾਂ ਆ ਕੇ ਟਿਕ ਗਈਆਂ। ਕਰਤਾਰਪੁਰ ਸਾਹਿਬ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਰੱਖਣ ਵਾਲੇ ਕੁਝ ਸੰਗਤੀਏ ਸਿੱਖ ਆ ਕੇ ਵਸ ਗਏ। 2 ਭਰਾ ਸਾਧ ਸੰਗਤ ਜੀ, ਗੱਲ ਆਪਾਂ ਸੰਖੇਪ ਦੇ ਵਿੱਚ ਕਰੀਏ। ਉਹਨਾਂ ਕਣਕ ਦਾ ਬੋੜ ਲਾਇਆ ਹੋਇਆ ਸੀ। ਹੁਣ ਇੱਕ ਭਰਾ ਘਰ ਬੈਠਾ ਸੀ, ਇੱਕ ਦਾ ਝਾੜ ਵੱਧ ਨਿਕਲ ਆਇਆ, ਉਸੇ ਪੈੜੀ ਦੇ ਵਿੱਚੋਂ ਬਰਾਬਰ ਵੰਡ ਹੋਈ ਸੀ, ਤੇ ਇੱਕ ਦਾ ਘੱਟ ਨਿਕਲ ਆਇਆ। ਹੁਣ ਜਿਹਦਾ ਘੱਟ ਨਿਕਲਿਆ ਸੀ ਉਹਨੇ ਮਨ ਦੇ ਵਿੱਚ ਸੰਤੋਖ ਰੱਖ ਲਿਆ ਵੀ ਜੋ ਮੇਰੇ ਕਰਮ। ਤੇ ਜਿਹਦਾ ਘੱਟ ਨਿਕਲਿਆ ਸੀ ਉਹਦਾ ਪਰਿਵਾਰ ਵੱਡਾ ਸੀ, ਜਿਹਦਾ ਵੱਧ ਨਿਕਲਿਆ ਸੀ ਉਹਦਾ ਪਰਿਵਾਰ ਛੋਟਾ ਸੀ। ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਇਹਦਾ ਪਰਿਵਾਰ ਵੱਡਾ ਹੈ, ਇਹਦੇ ਸਾਲ ਭਰ ਦਾ ਗੁਜ਼ਾਰਾ ਨਹੀਂ ਹੋਣਾ। ਜੇ ਇਹ ਦਾਣੇ ਘਰ ਲਿਜਾ ਕੇ ਆਪਣੇ ਗੁਜ਼ਾਰੇ ਵਾਸਤੇ ਰੱਖੇਗਾ, ਗੁਜ਼ਾਰਾ ਨਹੀਂ ਹੋਣਾ। ਜਿਹਦਾ ਘੱਟ ਨਿਕਲਿਆ ਸੀ ਉਹ ਘਰ ਚਲਾ ਗਿਆ। ਤੇ ਵੱਡੇ ਭਰਾ ਦੇ ਮਨ ਦੇ ਵਿੱਚ ਦਇਆ ਆਈ, ਪ੍ਰੇਮ ਜਾਗਿਆ। ਆਪਣੇ ਬੋਝ ਤੋਂ ਦਾਣੇ ਚੁੱਕ ਕੇ ਤੇ ਛੋਟੇ ਭਰਾ ਦੇ ਬੋਝ ਤੇ ਸੁੱਟਣ ਲੱਗ ਪਿਆ। ਇਹ ਚੀਜ਼ਾਂ ਸਿੱਖਣ ਵਾਲੀਆਂ ਨੇ, ਘਰਾਂ ਵਿੱਚ ਲਾਗੂ ਕਰਨ ਵਾਲੀਆਂ। ਜੇ ਘਰਾਂ ਦਾ ਕਲੇਸ਼ ਮਿਟਾਉਣਾ ਨਾ, ਬੜਾ ਵੱਡਾ
ਵੱਡੇ ਰੂਪ ਦੇ ਵਿੱਚ ਇਹ ਵੀ ਦੁੱਖ ਸਾਡੇ ਵਿੱਚ ਆ ਗਿਆ। ਘਰਾਂ ਦਾ ਕਲੇਸ਼, ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਗਏ। ਹਰ ਰੋਜ਼ ਅਸੀਂ ਖਬਰਾਂ ਪੜ੍ਹ ਰਹੇ ਹਾਂ, ਪੁੱਤਰ ਨੇ ਪਿਓ ਨੂੰ ਗੋਲੀ ਮਾਰ ਦਿੱਤੀ, ਤੇ ਪੁੱਤਰ ਜਿਹੜਾ ਪਿਓ ਹੈ ਉਹਨੇ ਪੁੱਤਰ ਨੂੰ ਗੋਲੀ ਮਾਰ ਦਿੱਤੀ, ਮਾਂ ਨੇ ਆਪਣੇ ਬੱਚਿਆਂ ਨੂੰ ਜ਼ਹਿਰ ਦਿੱਤਾ। ਬੜਾ ਵੱਡਾ ਦੁੱਖ ਜੇ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਰਤਾਰਪੁਰ ਸਾਹਿਬ ਇਹ ਦੁੱਖ ਦੂਰ ਕੀਤੇ ਸੀ। ਜਿਹਦਾ ਘੱਟ ਨਿਕਲਿਆ ਉਹਦੇ ਬੋਲ ਦੇ ਉੱਪਰ ਵੱਡਾ ਭਰਾ ਜਿਹਦਾ ਜ਼ਿਆਦਾ ਨਿਕਲਿਆ ਸੀ ਉਹ ਦਾਣੇ ਸੁੱਟ ਰਿਹਾ ਵੀ ਇਹਦੇ ਬੱਚੇ ਪਲ ਜਾਣ। ਉਹ ਸੁੱਟ ਕੇ ਵਾਪਸ ਚਲਾ ਗਿਆ। ਤੇ ਫਿਰ ਜਿਹਦਾ ਘੱਟ ਨਿਕਲਿਆ ਸੀ, ਜਦੋਂ ਉਹ ਖੇਤਾਂ ਨੂੰ ਗੇੜਾ ਮਾਰਨ ਵਾਸਤੇ ਆਇਆ, ਉਹ ਕੀ ਵੇਖਦਾ ਵੀ ਮੇਰਾ ਤੇ ਘੱਟ ਸੀ ਤੇ ਮੇਰਾ ਬੋਲ ਕਿਵੇਂ ਵੱਧ ਗਿਆ। ਮੈਨੂੰ ਤੇ ਮਹਾਰਾਜ ਜੀ ਨੇ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਲਈ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ 10 ਨੌਆਂ ਦੀ ਕਿਰਤ ਕਰਨੀ ਹੈ, ਪਰਾਇਆ ਹੱਕ ਨਹੀਂ ਖਾਣਾ। ਆਪਾਂ ਸਾਰੇ ਸ਼ਬਦ ਪੜ੍ਹਦੇ ਆ ਨਾ ਕਿ ਹੱਕ ਪਰਾਇਆ ਨਾਨਕਾ ਉਸ ਸੋਰ ਉਸ ਗਾਏ, ਗੁਰਪੀਰ ਹਾਮਾ ਤਾ ਭਰੇ ਜਾਮ ਮੁਰਦਾਰ ਨਾ ਖਾਏ। ਪਰ ਸਾਧ ਸੰਗਤ ਸੱਚ ਜਾਣਿਓ, ਅਸੀਂ ਇਸ ਬਚਨ ਦੇ ਉੱਪਰ ਬਹੁਤ ਘੱਟ ਪਹਿਰਾ ਦਿੰਦੇ ਹਾਂ। ਸਾਡਾ ਦਾ ਹੀ ਨਹੀਂ ਲੱਗਦਾ, ਜੇ ਦਾ ਲੱਗ ਜੇ ਅਸੀਂ ਛੱਡੀਏ ਕੱਖ ਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਉਹਨਾਂ ਸਿੱਖਾਂ ਦੇ ਵਿੱਚੋਂ ਜਿਹਨੇ ਵੇਖਿਆ ਵੀ ਮੇਰਾ ਘੱਟ ਸੀ, ਮੇਰਾ ਵੱਧ ਗਿਆ, ਉਹਨੇ ਫੇਰ ਦਾਣੇ ਚੁੱਕੇ ਤੇ ਦੂਸਰੇ ਵੱਡੇ ਭਰਾ ਦੇ ਬੋਝ ਦੇ ਉੱਪਰ ਸੁੱਟਣੇ ਸ਼ੁਰੂ ਕਰ ਦਿੱਤੇ। ਫੇਰ ਜਦੋਂ ਦੂਸਰਾ ਆਇਆ, ਉਹਨੇ ਵੇਖਿਆ ਵੀ ਦਾਣੇ ਤੇ ਫਿਰ ਉਹਨੇ ਦੇ ਉਹਨੇ ਨੇ। ਇਹ ਖੇਡ ਫਿਰ ਵਾਪਰਨੀ ਸ਼ੁਰੂ ਹੋ ਗਈ। ਅਖੀਰ ਨੂੰ ਦੋਵੇਂ ਆਮੋ ਸਾਹਮਣੇ ਹੋਏ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਵੀ ਉੱਥੇ ਪਹੁੰਚ ਗਏ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੀ ਪਹੁੰਚ ਗਏ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚਾ ਜੀ ਪਾਤਸ਼ਾਹ ਜੀ ਦੇ ਪਾਸ ਇਹ ਵਰਤਾਰਾ ਸਾਹਮਣੇ ਆ ਗਿਆ। ਮਹਾਰਾਜ ਜੀ ਪੁੱਛੇ ਵੀ ਕੀ ਗੱਲ ਹੋ ਰਹੀ। ਉਹਨੇ ਕਿਹਾ ਵੀ ਇਹ ਗੱਲ, ਇਹਦਾ ਝਾੜ ਘੱਟ ਨਿਕਲਿਆ ਸੀ, ਮੈਂ ਦਾਣੇ ਦੇ ਬੋਲ ਉੱਪਰ ਰੱਖ ਦਿੱਤੇ ਵੀ ਇਹਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਵੇ। ਤੇ ਭਾਈ ਤੂੰ ਕਿਉਂ ਵਾਪਸ ਕੀਤੇ? ਉਹ ਕਹਿੰਦੇ ਵੀ ਮਹਾਰਾਜ ਜੀ ਮੈਨੂੰ ਇੰਨੇ ਵਿੱਚ ਹੀ ਸੰਤੋਖ ਹੈ, ਮੈਂ ਇੰਨੇ ਵਿੱਚ ਹੀ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲਵਾਂਗਾ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪੜਾਈ ਪਰਾਏ ਚੋਪੜੀ ਨਾ ਤਰਸਾਏ ਜੀ। ਵੀ ਮੈਂ ਕਿਸੇ ਵੱਲ ਵੇਖਦਾ ਹੀ ਨਹੀਂ, ਮੈਂ ਤੇ ਸਿਰਫ ਆਪਣਾ ਗੁਜ਼ਾਰਾ ਜਿਹੜਾ ਆਪਣੀ ਚਾਦਰ ਵੇਖ ਕੇ ਹੀ ਆਪਣੇ ਪੈਰ ਪਸਾਰ ਰਿਹਾ, ਮੈਂ ਇਹਦੇ ਨਾਲ ਗੁਜ਼ਾਰਾ ਕਰ ਲਵਾਂਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਮੁਸਕਰਾਏ ਵੀ ਸਿੱਖੀ ਦਾ ਫਲਸਫਾ ਇਹ ਚੀਜ਼ ਆਪਣੇ ਘਰਾਂ ਦੇ ਵਿੱਚ ਲਾਗੂ ਕਰੋ, ਜਿਹੜਾ ਨੀਵਾਂ ਨੂੰ ਉੱਚੀਆਂ ਚੁੱਕਣ ਦਾ ਯਤਨ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਚੀਜ਼ ਸਿਖਾਈ ਹੈ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਵੀ ਨੀਵੇਂ ਨੂੰ ਉੱਚਾ ਕਿਵੇਂ ਚੁੱਕਣਾ, ਬਰਾਬਰਤਾ ਦਾ ਸਿਧਾਂਤ ਕਿਵੇਂ ਲਾਗੂ ਕਰਨਾ। ਤੇ ਅਸੀਂ ਤਾਂ ਕਹਿੰਦੇ ਵੀ ਮਰਦਾ ਤੇ ਮਰਦਾ ਰਹੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਸਵਾਰਿਓ ਕਾਜੀ ਹੁਕਮਦੀਨ ਨੂੰ ਇਹ ਸਿਧਾਂਤ ਬਖਸ਼ਿਸ਼ ਕਰ ਰਹੇ ਨੇ ਕਿ ਤੈਨੂੰ ਭਲਾ ਮੰਗਣ ਦੀ ਜਾਚ ਆ ਜਾਵੇ, ਬਦ ਖਿਆਲ ਔਰ ਬਦ ਭਗਤਾਂ ਦੀ ਸੰਗਤ ਤੋਂ ਬਚ ਜਾਵੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਫਲਸਫਾ ਸਮਝਾਇਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਬੜੇ ਬਿਰਤਾਂਤ ਜਿਹੜੇ ਨੇ ਇਸ ਦੇ ਨਾਲ ਰਲਦੇ ਮਿਲਦੇ ਮਿਲ ਜਾਣਗੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ, ਜਦੋਂ ਆਪਾਂ ਢਾਕੇ ਬੰਗਾਲ ਵਾਲੇ ਪਾਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਆਸਾਮ ਵਾਲੇ ਪਾਸੇ, ਤੇ ਭਾਈ ਭੂਮੀਏ ਦੇ ਨਾਲ ਆਪਾਂ ਮਿਲਾਪ ਦੀ ਸਾਖੀ ਪੜ੍ਹਦੇ ਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਰਫ ਇਹਨਾਂ ਕਿਹਾ ਬਾਬਾ ਖਾਣਾ ਖਾਓ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਵਾਬ ਸੀ ਅਸੀਂ ਮਾੜੀ ਕਿਰਤ ਦਾ ਖਾਣਾ ਨਹੀਂ ਖਾਂਦੇ, ਪਰਾਏ ਹੱਕ ਮਾਰਨ ਵਾਲੇ ਦੇ ਘਰ ਦਾ ਖਾਣਾ ਨਹੀਂ ਖਾਂਦੇ, ਤੇਰੀ ਕਿਰਤ ਦੇ ਵਿੱਚੋਂ ਬਦਬੂ ਆ ਰਹੀ ਹੈ। ਕੋਈ ਜਾਣੇ ਜਾਣ ਸੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਤੁਸੀਂ ਸੁਣਿਆ ਹੋਏਗਾ ਭਾਈ ਭੂਮੀਏ ਦੀ ਕਿਰਤ ਚੋਰ ਦੀ ਸੀ, ਚੋਰੀ ਕਰਦਾ ਸੀ, ਸ਼ਾਹਾਂ ਦੇ ਘਰ ਲੁੱਟਦਾ ਸੀ, ਤੇ ਆ ਕੇ ਲੰਗਰ ਚਲਾਉਂਦਾ ਸੀ, ਸਾਧੂ ਆਉਂਦੇ ਸੀ, ਪੈਸੇ ਵੀ ਦਿੰਦਾ ਸੀ, ਉਹਦਾ ਜਸ ਕਰਦੇ ਸੀ। ਗੁਰੂ ਨਾਨਕ ਦੇਵ ਮਹਾਰਾਜ ਤੇ ਬਾਬਾ ਮਰਦਾਨਾ ਜੀ ਗਏ, ਥਾਲ ਪਰੋਸਿਆ, ਛਕਣ ਤੋਂ ਜਵਾਬ ਦੇ ਦਿੱਤਾ। ਤੇ 3 ਗੱਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਵੀ ਸਮਝਾਈਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਕਿਹਾ ਨਾ ਵੀ ਤੇਰੀ ਕਿਰਤ ਦੇ ਵਿੱਚੋਂ ਬਦਬੂ ਆ ਰਹੀ, ਕੰਬ ਗਿਆ, ਤੇ ਅੱਜ ਤੱਕ ਤਾਂ ਕਿਸੇ ਨੇ ਕਿਹਾ ਨਹੀਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਣੀ ਪਿਆ, ਪਾਤਸ਼ਾਹ ਰਹਿਮ ਕਰੋ ਕੰਮ ਤੇ ਵਾਕਈ ਮੇਰੇ ਮਾੜੀ, ਕਿਰਤ ਬੜੀ ਮਾੜੀ।
ਪਰ ਪਿਓ ਦਾਦਿਆਂ ਤੋਂ ਚੱਲੀ ਆ ਰਹੀ ਛੱਡ ਨਹੀਂ ਸਕਦਾ, ਕੋਈ ਹੋਰ ਤਰੀਕਾ ਦੱਸ ਦਿਓ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਜੇ ਨਹੀਂ ਛੱਡ ਸਕਦਾ ਤੇ 3 ਗੱਲਾਂ ਪੱਲੇ ਬੰਨ ਲੈ। ਉਹਨੇ ਕਿਹਾ ਮੈਂ ਚੋਰੀ ਨਹੀਂ ਛੱਡ ਸਕਦਾ। ਸਾਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇਹ ਬਖਸ਼ਿਸ਼ ਕਰਦੀ, ਆਪ ਸਵਾਰ ਹੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹਿ ਹੈ ਸਭ ਜਗ ਤੇਰਾ ਹੋਏ। ਕਿ ਆਪਾ ਸਵਾਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿਧਾਂਤ ਹੈ ਵੀ ਮਨ ਨੂੰ ਸਵਾਰ, ਮਨ ਨੂੰ ਜਿੱਤ। ਦੂਸਰੇ ਨੂੰ ਜਿੱਤਣ ਦਾ ਬਾਅਦ ਯਤਨ ਕਰ, ਦੂਸਰੇ ਨਾਲ ਰੇਸ ਬਾਅਦ ਵਿੱਚ ਲਾ। ਆਪਣੇ ਅੰਦਰ ਝਾਤ ਮਾਰ, ਆਪਣੇ ਔਗਣਾਂ ਵੱਲ ਵੇਖ ਤੇ ਉਹਨਾਂ ਔਗਣਾਂ ਤੋਂ ਅਗਾਂਹ ਲੰਘਣ ਦਾ ਯਤਨ ਕਰ। ਮਨ ਜੀਤੇ ਜਗ ਜੀਤ, ਇਸ ਫਲਸਫੇ ਦਾ ਧਾਰਨੀ ਹੋ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਵੀ ਕਹਿੰਦਾ ਜੀ ਪਾਤਸ਼ਾਹ ਚੋਰੀ ਨਹੀਂ ਛੱਡ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ 3 ਕੰਮ ਕਰ ਲਾ। ਇੱਕ ਤੇ ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰੀ, ਦੂਸਰਾ ਕਦੀ ਝੂਠ ਨਾ ਬੋਲੀ, ਤੇ ਤੀਸਰੇ ਕੀਤੇ ਹੋਏ ਕੰਮ ਕਰਕੇ ਸਜ਼ਾ ਕਿਸੇ ਦੂਸਰੇ ਦੂਸਰੇ ਨੂੰ ਨਾ ਮਿਲੇ। 3 ਗੱਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਈਆਂ। ਸਾਡੇ ਸਾਹਮਣੇ ਇਤਿਹਾਸ ਦਾ ਫਲਸਫਾ ਪਿਆ। ਭਾਈ ਭੂਮੀਆਂ ਜੀ ਦੀ ਦਾਸਤਾਨ ਸਿੱਖ ਇਤਿਹਾਸ ਦੀ ਤਵਾਰੀਖ ਵਿੱਚੋਂ ਦਰਸ਼ਨ ਕਰ ਲੈਣਾ ਵੀ ਪਹਿਲਾਂ ਕਿਸੇ ਦਾ ਲੂਣ ਖਾ ਕੇ ਹਰਾਮ ਨਾ ਕਰੀ, ਝੂਠ ਨਾ ਬੋਲੀ, ਤੇ ਤੇਰੀ ਸਜ਼ਾ, ਤੇਰੇ ਕੀਤੇ ਕੰਮ ਦੀ ਸਜ਼ਾ ਕਿਸੇ ਦੂਸਰੇ ਨੂੰ ਨਾ ਮਿਲੇ। ਤੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਅਗਾਂਹ ਚੱਲ ਗਏ, ਵਰਤਾਰਾ ਕੁਝ ਉਲਟ ਵਰਤਿਆ। 3 ਗੱਲਾਂ ਹੋ ਗਈਆਂ। ਲੂਣ ਵੀ ਖਾਧਾ ਗਿਆ, ਝੂਠ ਬੋਲਣ ਦਾ ਸਮਾਂ ਵੀ ਸਾਹਮਣੇ ਆ ਗਿਆ, ਉੱਥੇ ਵੀ ਸੱਚ ਬੋਲਿਆ। ਜਦੋਂ ਬੇਅਨਿਆਈਆਂ ਨੂੰ ਸਜ਼ਾ ਮਿਲਣ ਲੱਗੀ ਉੱਥੇ ਮਨ ਫੇਰ ਦਰਵ ਗਿਆ ਤੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਪੇਸ਼ ਹੋ ਕੇ ਆਖਿਆ ਕਿ ਗੁਨਾਹਗਾਰ ਮੈਂ ਆ, ਚੋਰੀ ਕਰਨ ਮੈਂ ਆਇਆ ਸੀ। ਉਹਨੇ ਪੁੱਛਿਆ ਵੀ ਧਨ ਦੌਲਤ ਕਿਉਂ ਨਹੀਂ ਖੜਿਆ? ਤੇ ਅੱਗੋਂ ਮੋੜਵਾਂ ਜਵਾਬ ਭਾਈ ਭੂਮੀਆਂ ਦਾ ਇਹ ਮਿਲਿਆ ਵੀ ਮੈਨੂੰ ਮੇਰੇ ਕਾਮਲ ਮੁਰਸ਼ਦ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਇਹ 3 ਗੱਲਾਂ ਦ੍ਰਿੜ ਕਰਾਈਆਂ ਸੀ ਵੀ ਲੂਣ ਖਾ ਕੇ ਹਰਾਮ ਨਾ ਕਰੀ, ਝੂਠ ਨਾ ਬੋਲੀ, ਤੇ ਤੇਰੇ ਕੀਤੇ ਕੰਮ ਦੀ ਸਜ਼ਾ ਕਿਸੇ ਦੂਸਰੇ ਨੂੰ ਨਾ ਮਿਲੇ। ਤੇ ਉਹ ਗੱਲਾਂ ਮੇਰੇ ਸਾਹਮਣੇ 3 ਆ ਗਈਆਂ। ਆਇਆ ਚੋਰੀ ਕਰਨ ਸਾਂ, ਦਰਬਾਰ ਨੇ ਪੁੱਛਿਆ ਵੀ ਤੂੰ ਕੌਣ ਹੈ? ਤੇ ਕਹਿੰਦੇ ਵੀ ਮੇਰਾ ਲਿਬਾਸ ਬਾਦਸ਼ਾਹ ਦੇ ਰਾਜਕੁਮਾਰਾਂ ਵਾਲਾ ਸੀ। ਬੋਲਿਆ ਰਾਜ ਮੈਂ ਚੋਰ ਹਾਂ। ਉਹਨੇ ਅੰਦਰ ਜਾਣ ਦਿੱਤਾ, ਲੂਣ ਖਾਧਾ ਗਿਆ, ਹਰਾਮ ਨਹੀਂ ਕਰ ਸਕਿਆ। ਹੁਣ ਬੇਨਿਆਈਆਂ ਨੂੰ ਸਜ਼ਾ ਮਿਲ ਰਹੀ ਸੀ, ਕੁੱਟ ਕਿਸੇ ਦੂਸਰੇ ਨੂੰ ਪੈ ਰਹੀ ਸੀ, ਮੇਰੇ ਕੋਲ ਜਰਿਆ ਨਹੀਂ ਗਿਆ। ਇਹ ਮੇਰੇ ਬਾਬੇ ਦਾ ਦਿੱਤਾ ਹੋਇਆ ਸਿਧਾਂਤ ਸੀ। ਫਿਰ ਭਾਈ ਭੂਮੀਏ ਦੇ ਕੋਲੋਂ ਸਿੱਖਿਆ ਲੈ ਕੇ ਰਾਜਾ ਵੀ ਜਿਹੜਾ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਸੰਗਤੀ ਬਣ ਗਿਆ। ਗੁਰੂ ਸਵਾਰਿਓ, ਜਿਹੜਾ ਫਲਸਫਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੜਾ ਅਗੰਮ ਬੇਅੰਤ ਵੱਡਾ। ਆਪਾਂ ਹੁਣੇ ਹੀ ਹੁਕਮਨਾਮਾ ਸਾਹਿਬ ਸਤਿਕਾਰਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਸੀ। ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਹੁਕਮਨਾਮਾ ਸਾਹਿਬ ਆ ਰਿਹਾ ਸੀ। ਮੈਂ ਮੂਰਖ ਕੇ ਕੇਤਕ ਬਾਤ ਹੈ, ਕੋਟ ਬ੍ਰਹਮੰਡ ਕੋ ਠਾकुर स्वामी सर्व जियां का दाता रे, ਪ੍ਰਤਪਾਲੈ ਨਿਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧ ਨਾ ਜਾਣਾ ਰੇ। ਅਖੀਰਲੀ ਪੰਕਤੀ ਵਿੱਚ ਮਹਾਰਾਜ ਨੇ ਕਿਹਾ ਮੈਂ ਮੂਰਖ ਕੇ ਕੇਤਕ ਬਾਤ ਹੈ, ਕੋਟ ਅਪਰਾਧੀ ਧਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ ਸੀ ਫਿਰ ਗਰਭਾਸ ਨਾ ਭਰਿਆ। ਮਹਾਰਾਜ ਨੇ ਆਵਾਗਮਨ ਦੇ ਚੱਕਰਾਂ ਤੋਂ ਬਾਹਰ ਕੱਢ ਕੇ ਰੱਖ ਦਿੱਤਾ। ਬੜੀਆਂ ਪਿਆਰੀਆਂ ਇਤਿਹਾਸਕ ਦਾਸਤਾਨਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਵੀ ਮਿਲਦੀਆਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਬਰਤਾਂਤ ਇਤਿਹਾਸ ਵਿੱਚੋਂ ਵੀ ਮਿਲਦੀਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਬਚਨ ਜਿਹਨੇ ਜੀਵਨ ਦੇ ਵਿੱਚ ਕਮਾ ਲਿਆ, ਉਹਦਾ ਜੀਵਨ ਤਬਦੀਲ ਹੋ ਗਿਆ। ਅੱਜ ਉਹਨਾਂ ਸ਼ਬਦਾਂ ਨੂੰ ਸਾਧ ਸੰਗਤ ਜੀ ਐਸਾ ਪਤਾ ਨਹੀਂ ਕਿੰਨੀ ਵਾਰ 100ਵਾਂ ਵਾਰੀ ਪੜ੍ਹ ਲਿਆ, 100ਵਾਂ ਵਾਰੀ ਸੁਣ ਲਿਆ, ਪਰ ਅਸੀਂ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਕਿ ਇਸ ਫਲਸਫੇ ਦੇ ਧਾਰਨੀ ਹੋ, ਮਨ ਦੀ ਖੇਡ ਨੂੰ ਸਮਝਣ ਦਾ ਯਤਨ ਕਰੋ। ਜਦੋਂ ਇਸ ਪਾਸੇ ਤੁਰੋਗੇ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਵਾਹੀ। ਮਨ ਦੀ ਚੰਚਲਤਾਈ ਨੂੰ ਦੂਰ ਕਰਨ ਦਾ ਯਤਨ ਕਰਾਂਗੇ, ਮਤ ਨੂੰ ਵਿਵੇਕ ਬੁੱਧ ਵਾਲੇ ਪਾਸੇ ਧਾਰਾਂਗੇ, ਤੁਹਾਡਾ ਜੀਵਨ ਭਲੇ ਵਾਲੇ ਪਾਸੇ ਜ਼ਰੂਰ ਜਾਏਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਇਕੱਲੇ ਸਿੱਖ ਹੀ ਨਹੀਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਦੇਖਿਆ ਲੈ ਕੇ ਜਿਹੜੇ ਪ੍ਰਭਾਵਿਤ ਹੋਏ,
पिछले समागम ਦੇ ਵਿੱਚ ਬੇਨਤੀ ਕਰਕੇ ਆਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕੂਫਾ ਸ਼ਹਿਰ ਦੇ ਵਿੱਚ ਗਏ। ਕੂਫਾ ਸ਼ਹਿਰ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਬਾ ਨਾਨਕ ਸ਼ਾਹ ਕਲੰਦਰ ਕਰਕੇ ਪੂਜਿਆ ਜਾਂਦਾ। ਕਲੰਦਰ ਸ਼ਬਦ ਦਾ ਅਰਥ ਸਾਡੇ ਅਰਥ ਕੋਸ਼ਾਂ ਦੇ ਵਿੱਚ ਹੈ ਫਕੀਰੀ ਵੇਸ ਵਾਲਾ, ਕਾਮਲ ਮੁਰਸ਼ਿਦ, ਕਾਮਲ ਫਕੀਰ। ਉਹ ਕੂਫਾ ਸ਼ਹਿਰ ਜਿਹੜਾ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਤੋਂ ਅਗਾਂਹ ਗਏ, ਉੱਥੋਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਗਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਗਦਾਦ ਜਾਣ ਦੀ ਅਗਵਾਈ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਭਰੀ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇਹ ਬਗਦਾਦ ਸ਼ਹਿਰ ਸਾਧ ਸੰਗਤ ਜੀ ਇਰਾਕ ਦੇਸ਼ ਔਰ ਉਹਦੀ ਕੈਪੀਟਲ ਬਗਦਾਦ, ਉਹਦੀ ਰਾਜਧਾਨੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ। ਦਜਲੇ ਔਰ ਫਰਾਤ ਦੋ ਦਰਿਆ ਨੇ ਇਸ ਦੇਸ਼ ਦੇ ਵਿੱਚ ਵਗਦੇ, ਉਹਨਾਂ ਦੋਹਾਂ ਦੇਸ਼ਾਂ ਦੇ ਮੱਧ ਵਿੱਚ ਵਸਿਆ ਹੋਇਆ ਇਹ ਦੇਸ਼ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਬਗਦਾਦ ਸ਼ਹਿਰ ਤੋਂ ਬਾਹਰ ਕਬਰਸਤਾਨ, ਉਸ ਕਬਰ ਸਥਾਨ ਦੇ ਵਿੱਚ ਜਾ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਟਿਕਾਣਾ ਕਰ ਲਿਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਥ ਕੌਣ ਦੇ ਰਿਹਾ? ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਾਥੀ ਅਕਾਲ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਥੀ ਬਣ ਕੇ ਨਾਲ ਵਿਚਰ ਰਿਹਾ ਬਾਬਾ ਮਰਦਾਨਾ ਜੀ। ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਹੋਆ ਜਹਾਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਂਗ ਦਿੱਤੀ। ਬਾਂਗ ਆਪ ਜੀ ਜਾਣਦੇ ਹੋਗੇ, ਜਦੋਂ ਇਸਲਾਮ ਵਾਲੇ ਵੀਰ ਜਿਹੜੇ ਨੇ ਨਮਾਜ਼ ਅਦਾ ਕਰਨ ਲੱਗਦੇ, ਪਹਿਲਾਂ ਉਹ ਬਾਂਗ ਦਿੰਦੇ ਮਸੀਤ ਦੇ ਉੱਪਰ ਚੜ੍ਹ ਕੇ, ਲਾ ਇਲਾਹਾ ਇਲਾਹਾ ਮੁਹੰਮਦ ਰਸੂਲullah, ਇਹ ਕਲਮਾ ਪੜ੍ਹਦੇ, ਬਾਂਗ ਦਿੰਦੇ। ਤੇ ਅੱਜ ਤੋਂ ਕੋਈ 10 20 50 ਸਾਲ ਪਿੱਛੇ ਚਲੇ ਜਾਈਏ ਨਾ, ਜਿਹੜੇ ਮਲੇਰਕੋਟਲੇ ਵਾਲੇ ਮੁਸਲਮਾਨ ਵੀਰ ਨੇ, ਉਹਨਾਂ ਸਾਰੇ ਦਾ ਸਾਰਾ ਜ਼ੋਰ ਹੀ ਇਹਦੇ ਉੱਪਰ ਲਾਇਆ ਹੋਇਆ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਸੱਚੇ ਮੁਸਲਮਾਨ ਨੇ। ਉਹ ਮੱਕੇ ਦੀ ਹੱਜ ਕਰਨ ਵਾਸਤੇ ਗਏ ਸੀ, ਉਹ 5 ਨਮਾਜ਼ਾਂ ਪੜ੍ਹਦੇ ਸੀ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪਣੀ ਤਾਰੀਖ ਦੇ ਵਿੱਚ ਮੁਸਲਮਾਨ ਸਿੱਧ ਕਰਨ ਤੇ ਲੱਗੇ ਹੋਏ। ਉਹਨਾਂ ਇੱਕ ਕਿਤਾਬ ਵੀ ਛਾਪ ਕੇ ਸਾਡੇ ਵਿੱਚ ਭੇਟ ਕਰ ਦਿੱਤੀ ਅੱਜ ਤੋਂ 50 60 ਸਾਲ ਪਹਿਲਾਂ, ਇਸਲਾਮ ਦੀ ਤਵਾਰੀਖ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਚਾਰ। ਤੋ ਇਹ ਗੱਲ ਦੀ ਪ੍ਰੋੜਤਾ ਕਰਦੇ ਗਿਆਨੀ ਮਾਨ ਸਿੰਘ ਝੌਰ, ਜਿਹੜੇ ਸਾਡੇ ਬੜੇ ਪੁਰਾਣੇ ਕਥਾਵਾਚਕ ਹੋਏ ਨੇ, ਉਹਨਾਂ ਦੇ ਨਾਲ ਵਾਰਤਾਲਾਪ ਵੀ ਇਸ ਗੱਲ ਦੇ ਉੱਪਰ ਹੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ, ਮਲੇਰਕੋਟਲੇ ਵਾਲੇ ਕਹਿੰਦੇ ਵੀ ਪੱਕਾ ਮੁਸਲਮਾਨ ਸੀ ਗੁਰੂ ਨਾਨਕ ਦੇਵ ਮਹਾਰਾਜ। ਤੇ ਉਹ ਕਹਿੰਦੇ ਵੀ ਕੋਈ ਪ੍ਰਮਾਣ ਦਿਓ, ਕਹਿੰਦੇ ਵੀ ਉਹਨਾਂ ਜਾ ਕੇ ਉੱਥੇ ਬਾਗ ਦਿੱਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਮਾਜ਼ ਪੜ੍ਹੀ। ਭਾਈ ਗੁਰਦਾਸ ਜੀ ਨੇ ਗੱਲ ਲਿਖੀ ਹੋਈ ਹੈ, ਆਪਾਂ ਵਾਰ ਦਾ ਪਾਠ ਕਰ ਰਹੇ ਹਾਂ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਸੁਨ ਮੁਨ ਨਗਰੀ ਪਈ, ਦੇਖ ਪੀਰ ਪਿਆ ਹਰਾਨਾ। ਦਿੱਤੀ ਬਾਂਗ ਨਮਾਜ਼ ਕਰ, ਸੁਨ ਸਮਾਨ ਹੋਆ ਜਹਾਨਾ। ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਹੜੀ ਨਮਾਜ਼ ਪੜ੍ਹੀ, ਮੈਂ ਪਹਿਲਾਂ ਬੇਨਤੀ ਕੀਤੀ, ਇਸਲਾਮ ਵਾਲੇ ਬਾਂਗ ਦਿੰਦੇ ਨੇ ਨਮਾਜ਼ ਪੜ੍ਹਨ ਤੋਂ ਪਹਿਲਾਂ ਬਾਂਗ ਦਿੰਦੇ ਨੇ, ਫਿਰ ਨਮਾਜ਼ ਪੜ੍ਹਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਨਮਾਜ਼ ਅਦਾ ਕੀਤੀ, ਪਹਿਲਾਂ ਆਪਣਾ ਨਿਤਨੇਮ ਸੰਪੂਰਨ ਕੀਤਾ। ਸਿੱਖ ਦੀ ਨਮਾਜ਼ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਦੀ ਵਾਰਾਂ ਦਾ ਆਪਾਂ ਅਧਿਐਨ ਕਰ ਲਈਏ। ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਵਾਰਾਂ ਵਿੱਚ ਸਿੱਖ ਦੀ ਨਮਾਜ਼ ਦੱਸਦੇ ਨੇ ਵੀ ਸੋਦਰ ਆਰਤੀ ਗਾਵੀ ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਸ਼ਾਮ ਦੇ ਸਮੇਂ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਹਿ ਰਾਸੀ ਜੀ ਦੇ ਉਚਾਰਨ ਕੀਤੇ ਸ਼ਬਦ ਸੀ, ਉਹਦਾ ਪਾਠ ਹੁੰਦਾ ਸੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 16 ਸਾਹਿਬ ਜੀ ਦੇ ਵਿੱਚ ਸ਼ਬਦ ਦਰਜ ਨੇ, ਇਸ ਆਰਤੀ ਦਾ ਕੀਰਤਨ ਹੁੰਦਾ ਸੀ। ਇਹ ਬਾਬਾ ਜੀ ਆਪ ਕਰਦੇ ਰਹੇ। ਤੇ ਅੰਮ੍ਰਿਤ ਵੇਲੇ ਸਿੱਖ ਜਿਹੜੇ ਸੀ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਸੀ।
ਹੁਣ ਜਿਹਦਾ ਹਵਾਲਾ ਲੈਣਾ ਹੋਵੇ, ਇਸ ਬਾਣੀ ਦੇ ਧਾਰਨੀ ਸੀ ਸਿੱਖ। ਹੁਣ ਬਾਬਾ ਲਹਿਣਾ ਜੀ ਨੇ ਭਾਈ ਜੋਧ ਜੀ ਦੇ ਪਾਸੋਂ ਜਪਜੀ ਸਾਹਿਬ ਜੀ ਦਾ ਪਾਠ ਸੁਣਿਆ। ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਨਹੀਂ ਕੀਤੀ ਅਜੇ, ਸਿਰਫ ਅੰਮ੍ਰਿਤ ਵੇਲੇ ਭਾਈ ਜੋਧ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਉਹ ਸਰੋਤ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਦੇ ਕੰਨੀ ਪਏ, ਖਿੱਚੇ ਗਏ, ਭਾਈ ਜੋਧ ਜੀ ਤੱਕ ਗਏ। ਪੁਰਖਾ ਇਹ ਕੀ ਪੜ੍ਹ ਰਹੇ ਆ? ਉਹਨਾਂ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਪਵਿੱਤਰ ਅੰਮ੍ਰਿਤ ਬਾਣੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ। ਉਹ ਬਾਬੇ ਨਾਨਕ ਨੂੰ ਮਿਲਣਾ ਚਾਹੁੰਦਾ, ਕਿੱਥੇ ਮਿਲਦਾ? ਉਹਨਾਂ ਕੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਹੋਣਗੇ। ਰਹੋ ਵਿਚਾਰ ਸੋਦਰ ਆਰਤੀ ਗਾ ਵੀ ਇਹ ਸਿੱਖ ਦੀ ਨਮਾਜ਼ ਕਿਹੜੀ ਹੈ ਜੀ? ਅੰਮ੍ਰਿਤ ਵੇਲੇ ਜਾਪ ਉਚਾਰਾ, 5 ਬਾਣੀਆਂ ਦੇ ਨਿਤਨੇਮ ਦੇ ਧਾਰਨੀ ਹੋਣਾ, ਸੰਧਿਆ ਸਮੇਂ ਰਹਿਰਾਸ ਸਾਹਿਬ ਜੀ ਦਾ, ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਿੱਖ ਦੀ ਇਹ ਨਮਾਜ਼ ਹੈ। ਇਹ 5 ਨਮਾਜ਼ਾਂ ਨੇ ਸਿੱਖ ਦੀ। ਰਹੋ ਵਿਚਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਬਚਨ ਆਪਾਂ ਵਿਚਾਰ ਨੇ ਦਿੱਤੀ ਬਾਂਗ ਨਮਾਜ਼ ਕਰ, ਕਿਉਂਕਿ ਇਸ ਗੱਲ ਦਾ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਕਿਤੇ ਸਾਨੂੰ ਵੀ ਪ੍ਰਸ਼ਨ ਹੋ ਸਕਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਮਾਜ਼ ਕਿਹੜੀ ਪੜ੍ਹੀ? ਅਸੀਂ ਉੱਥੇ ਉੱਤਰ ਦੇ ਸਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਆ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਦਾ ਸਿਧਾਂਤ ਲਾਗੂ ਕਰਦੇ ਆ। ਜਿਹੜੀਆਂ ਬਾਣੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀਆਂ ਸੀ ਉਹਦਾ ਨਿਤਨੇਮ ਕੀਤਾ। ਤੇ ਜਿਹੜੀ ਗੱਲ ਰਹੀ ਬਾਂਗ ਦੀ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਿੱਤੀ ਬਾਂਗ ਨਮਾਜ਼ ਕਰ। ਬਾਬਾ ਨਾਨਕ ਜੀ ਨੇ ਬਾਂਗ ਦਿੱਤੀ ਨਮਾਜ਼ ਅਦਾ ਕਰਕੇ। ਮੁਸਲਮਾਨ ਵੀਰ ਪਹਿਲਾਂ ਬਾਂਗ ਦਿੰਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਬਾਂਗ ਬਾਅਦ ਵਿੱਚ ਦਿੰਦੇ ਨੇ। ਉਸ ਬਾਂਗ ਦਾ ਜ਼ਿਕਰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੇ ਆਪਣੀ ਜਨਮ ਸਾਖੀ ਦੇ ਵਿੱਚ ਬਖਸ਼ਿਸ਼ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਤਨੇਮ ਦੀ ਸੰਪੂਰਨਤਾ ਉਪਰੰਤ ਜਿਵੇਂ ਆਪਾਂ ਅਰਦਾਸ ਕਰਦੇ ਆ, ਤੇ ਅਰਦਾਸ ਕਰਕੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ, ਦੋਹਰਾ ਪੜ੍ਹਿਆ ਜਾਂਦਾ। ਦੋਹਰਾ ਪੜ੍ਹਨ ਤੋਂ ਬਾਅਦ ਆਪਾਂ ਜਕਾਰਾ ਛੱਡਦੇ ਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਂਗ ਕਿਹੜੀ ਦਿੱਤੀ? ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਲਿਖਦੇ ਨੇ, ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਕਰ ਕਰ ਪ੍ਰਣਾਮ, ਜਿਤ ਚਰਨ ਨਾਮ, ਸਰਬ ਜੀ ਪ੍ਰਤਪਾਲ, ਸਰਬ ਜੀ ਜੀਵਾਲ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਲਿਓ ਚਿਰਾਗ ਦੇ ਵਿੱਚ ਵੀ ਪ੍ਰਿੰਸੀਪਲ ਸਤਬੀਰ ਸਿੰਘ ਸਾਹਿਬ ਜੀ ਨੇ ਦਾ ਹਵਾਲਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿ ਸ੍ਰੀ ਅਕਾਲ ਤੇ ਸਤਿ ਕਰਤਾਰ ਦਾ ਜਕਾਰਾ ਗਜਾਇਆ। ਤੇ ਸੁੰਨ ਮੁੰਨ ਨਗਰੀ ਪਈ। ਇਸ ਅਸਚਰਜਤਾ ਨੂੰ ਵੇਖ ਕੇ ਬਗਦਾਦ ਸ਼ਹਿਰ ਸੁੰਨ ਅਵਸਥਾ ਦੇ ਵਿੱਚ ਚਲਾ ਗਿਆ, ਸੁੰਨ ਮੁੰਨ ਹੋ ਗਿਆ। ਇਤਿਹਾਸ ਦੀ ਤਵਾਰੀਖ ਦੇ ਵਿੱਚ ਤੇ ਵੀ ਅੱਖਰ ਮਿਲਦੇ ਆ, ਕਿਉਂਕਿ ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਉਹਨਾਂ ਦੇ ਪਵਿੱਤਰ ਸਥਾਨ ਦੇ ਵਿੱਚ ਕੀਰਤਨ ਹੋਵੇ, ਰਾਗ ਗਾਇਆ ਜਾਵੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੱਕੇ ਜਾ ਕੇ ਵੀ ਕੀਰਤਨ ਕੀਤਾ। ਜੇ ਕਰਬਲਾ ਦੇ ਮੈਦਾਨ ਦੇ ਵਿੱਚ ਜਿੱਥੇ ਹਸਨ ਤੇ ਹੁਸੈਨ ਦੇ ਕਤਲ ਸਥਾਨ ਹੈ, ਜਿੱਥੇ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ, ਜਿਹੜੇ ਦੋਹਤਰੇ ਸੀ ਹਜ਼ਰਤ ਮੁਹੰਮਦ ਸਾਹਿਬ ਦੇ, ਉੱਥੇ ਗੁਰੂ ਨਾਨਕ ਦੇਵ ਮਹਾਰਾਜ ਤੇ ਬਾਬਾ ਮਰਦਾਨਾ ਜੀ ਗਏ। ਧਰਤੀ ਤੋਂ ਬੜੀ ਉੱਚੀ ਥਾਂ ਤੇ ਉੱਥੇ ਮਕਬਰਾ ਬਣਿਆ ਹਸਨ ਹੁਸੈਨ ਦਾ। ਤੇ ਉਸ ਕਬਰ ਸਥਾਨ ਦੇ ਵਿੱਚ ਵੀ ਸਾਡੀ ਸਿੱਖ ਇਤਿਹਾਸ ਦੀ ਤਵਾਰੀਖ ਕਹਿੰਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ। ਬਾਬਾ ਮਰਦਾਨਾ ਜੀ ਨੇ ਸ਼ਾਮ ਦੇ ਦੀਵਾਨ ਦੇ ਵਿੱਚ ਉੱਥੇ ਵੀ ਬਾਬਾ ਜੀ ਨੇ ਕੀਰਤਨ ਕੀਤਾ। ਇਸਲਾਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ। ਹੁਣ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਗੜ੍ਹ ਇਸਲਾਮ ਦਾ ਗੜ੍ਹ ਹੈ, ਉੱਥੇ ਜਾ ਕੇ ਕਬਰ ਸਥਾਨ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਬਾਬਾ ਮਰਦਾਨਾ ਜੀ, ਇੱਕ ਬਾਬਾ ਅਕਾਲ ਰੂਪ ਤੇ ਦੂਜਾ ਬਾਬੀ ਮਰਦਾਨਾ ਕੀਰਤਨ ਕਰਦੇ ਆ। ਤੇ ਸੁੰਨ ਮੁੰਨ ਨਗਰੀ ਤੋਂ ਪਈ ਹੈਰਾਨ ਪਰੇਸ਼ਾਨ ਹੋ ਗਈ ਨਗਰੀ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੱਥਰ ਮਾਰਨ ਤੱਕ ਤੁਲ ਗਏ, ਝੋਲੀਆਂ ਪੱਥਰਾਂ ਨਾਲ ਭਰ ਲਈਆਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆ ਕੇ ਉੱਪਰ ਪੱਥਰ ਵਰਸਾਉਣ ਲੱਗੇ। ਤੇ ਸਿੱਖ ਇਤਿਹਾਸ ਦੀ ਤਵਾਰੀਖ ਦੱਸਦੇ ਵੀ ਕੋਈ ਪੱਥਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਾਰ ਹੀ ਨਹੀਂ ਸਕਿਆ। ਸੁੰਨ ਮੁੰਨ ਹੀ ਪਸਰ ਗਈ, ਸੁੰਨ ਮੁੰਨ ਨਗਰੀ ਪਈ। ਦੇਖ ਪੀਰ ਪਿਆ ਹੈਰਾਨਾ। ਪੀਰ ਕਿਹੜਾ ਸਾਧ ਸੰਗਤ ਜੀ? ਜਿਹਦਾ ਨਾਮ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਦਸਤਗੀਰ ਲਿਖਿਆ। ਜਦੋਂ ਆਪ ਬਗਦਾਦ ਦੀ ਤਵਾਰੀਖ ਪੜ੍ਹੋਗੇ, ਇਸ ਦਾ ਅਸਲ ਨਾਮ ਦਸਤਗੀਰ ਦਾ ਅਬਦੁਲ ਕਾਦਰ ਜਿਲਾਨੀ ਹੈ। ਜਿਹੜਾ ਪੀਰ ਦਸਤਗੀਰ ਜਿਹਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਦਿੱਤਾ ਨਾ, ਪੁੱਛਿਆ ਫਿਰਕਾ ਦਸਤਗੀਰ ਕੌਣ ਫਕੀਰ ਕਿਸਕਾ ਕਰਿਆ ਨਾ,
ਉਹ ਅਬਦੁਲ ਕਾਦਰ ਜਲਾਨੀ ਬੜੀ ਰੱਬ ਦੀ ਇਬਾਦਤ ਕਰਨ ਵਾਲਾ, ਬੜੀ ਨੇਕ ਨੀਅਤ ਵਾਲਾ, ਬੜਾ ਉੱਚੇ ਇਖਲਾਕ ਦਾ ਮਾਲਕ ਹੈ ਅਬਦੁਲ ਕਾਦਰ ਜਲਾਨੀ। ਤੇ ਦਸਗੀਰ ਦਾ ਅਰਥ ਸਾਡੇ ਇਤਿਹਾਸਕ ਕੋਸ਼ਾਂ ਦੇ ਵਿੱਚ ਇਹ ਮਿਲਦਾ ਵੀ ਹੱਥ ਦੇ ਕੇ ਰੱਖਣ ਵਾਲਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਗਦਾਦ ਦੇ ਵਿੱਚ ਕੀਰਤਨ ਕਰ ਰਹੇ, ਜਿਹੜੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਕਿ ਦੇਖ ਪੀਰ ਪਿਆ ਹੈਰਾਨਾ, ਅਜੇ ਉਹ ਮਿਲਣ ਵਾਸਤੇ ਨਹੀਂ ਆਇਆ। ਆਪਣੇ ਮਕਬਰੇ ਦੇ ਵਿੱਚ ਆਪਣੇ ਅਸਥਾਨ ਤੇ ਬੈਠਾ, ਤੇ ਇਤਿਹਾਸ ਦੱਸਦਾ ਵੀ ਬੈਠਾ ਬੈਠਾ ਨੱਚਣ ਲੱਗ ਪਿਆ। ਤੇ ਨੱਚਦਿਆਂ ਨੱਚਦਿਆਂ ਚੇਲੇ ਮੁਰੀਦਾਂ ਮੁਰਸ਼ਿਦਾਂ ਨੇ ਪੁੱਛਿਆ ਵੀ ਪੀਰ ਜੀ ਤੁਹਾਡੇ ਨੱਚਣ ਦਾ ਕਾਰਨ? ਉਹਨਾਂ ਕਿਉਂ ਅਲੀ ਵਲੀ ਅੱਲਾ ਜਿਹੜਾ ਅੱਜ ਬਗਦਾਦ ਦੀ ਧਰਤੀ ਤੇ ਆ ਗਿਆ, ਬਗਦਾਦ ਦੀ ਧਰਤੀ ਦੀ ਕਾਇਆ ਕਲਪ ਕਰਕੇ ਰੱਖ ਦੇਵੇਗਾ। ਮਨ ਹੀ ਮਨ ਦੇ ਵਿੱਚ ਜਿਹੜਾ ਹੈ ਸਰਬੰਧ ਬਣ ਲਿਆ, ਆਪਣੇ ਮਨ ਅੰਦਰੋਂ ਹੀ ਦਰਸ਼ਨ ਕਰ ਲਏ। ਮੈਂ ਇੱਥੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਾਂ ਵੀ ਜਿਹੜੇ ਰੱਬ ਨੂੰ ਪ੍ਰੇਮ ਕਰਨ ਵਾਲੇ ਨੇ ਸਾਧ ਸੰਗਤ ਜੀ, ਹੁਣ ਪੀਰ ਭੀਖਣ ਸ਼ਾਹ ਜੀ ਦੀ ਆਪਾਂ ਗੱਲ ਕਰਦੇ ਆ। ਪਟਨਾ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਆਗਮਨ ਹੋ ਰਿਹਾ। ਆਪਣੇ ਲਾਗੇ ਪਟਿਆਲਾ ਕੁੜਾਮ ਨਗਰ ਹੈ, ਠਸਕੇ ਦੇ ਰਹਿਣ ਵਾਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਪੀਰ ਨੂੰ ਮਿਲੇ ਨਹੀਂ, ਪੀਰ ਮਾਣੇ ਵਿੱਚ ਜਾਣ ਗਿਆ। ਪੀਰ ਭੀਖਣ ਸ਼ਾਹ 10ਵੇਂ ਪਾਤਸ਼ਾਹ ਜੀ ਨੂੰ ਮਿਲਿਆ ਨਹੀਂ, ਪਰ ਇੱਥੋਂ ਹੀ ਸਜਦਾ ਪਟਨੇ ਵਾਲੇ ਪਾਸੇ ਕਰ ਦਿੱਤਾ। ਤੇ ਮੁਰੀਦਾਂ ਨੇ ਉਦੋਂ ਵੀ ਰੋਕ ਕੇ ਪੁੱਛਿਆ ਪੀਰ ਜੀ ਸਜਦਾ ਤੇ ਪੱਛਮ ਵੱਲ ਨੂੰ ਕਰਨਾ ਸੀ, ਅੱਜ ਉਲਟ ਦਿਸ਼ਾ ਦੇ ਵਿੱਚ ਕਿਉਂ ਕਰ ਦਿੱਤਾ? ਤੇ ਉੱਥੇ ਪੀਰ ਭੀਖਣ ਸ਼ਾਹ ਜੀ ਦਾ ਉੱਤਰ ਸੀ, ਪੱਛਮ ਵਾਲੇ ਪਾਸੇ ਮੈਂ ਅੱਲਾ ਦੇ ਘਰ ਨੂੰ ਸਜਦਾ ਕਰਦਾ ਹਾਂ। ਅੱਜ ਅੱਲਾ ਦੇ ਘਰ ਦਾ ਮਾਲਕ ਪੂਰਬ ਵਾਲੇ ਪਾਸੇ ਆ ਕੇ ਪ੍ਰਗਟ ਹੋ ਗਿਆ। ਹੁਣ ਮੈਨੂੰ ਦੱਸੋ ਸਜਾ ਮੈਂ ਪਟਨੇ ਵਾਲੇ ਪਾਸੇ ਕਰਾਂ ਕਿ ਪੱਛਮ ਵਾਲੇ ਪਾਸੇ ਕਰਾਂ? ਵੇਖਿਆ ਧਿਆਨ ਲਗਾਏ ਕਰ। ਆਪਣੇ ਅਸਥਾਨ ਤੇ ਬੈਠਾ ਪੀਰ ਦਸਤਗੀਰ ਧਿਆਨ ਲਗਾ ਕੇ ਵੇਖਦਾ, ਗੁਰੂ ਨਾਨਕ ਦੇਵ ਮਹਾਰਾਜ ਦੀ ਅਜ਼ਮਤ ਸਾਹਮਣੇ ਆ ਜਾਂਦੀ। ਫਿਰ ਪੁੱਛਿਆ, ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸਕਾ ਘਰਿਆਲਾ। ਫਿਰ ਆਪਣੇ ਘੋੜੇ ਤੇ ਚੜ੍ਹ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਕੋਲ ਆਇਆ। ਆਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਦਾ ਵੀ ਕੌਣ ਫਕੀਰ ਹੈ, ਇਸ ਫਕੀਰ ਦਾ ਘਰਿਆਣਾ ਕਿਹੜਾ ਹੈ? ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਚੁੱਪ ਰਹੇ। ਲਾਗੋ ਭਾਈ ਮਰਦਾਨਾ ਜੀ ਬੋਲੇ, ਨਾਨਕ ਕਾਲ ਵਿੱਚ ਆਇਆ ਰੱਬ ਫਕੀਰ ਇੱਕ ਪਹਿਚਾਨਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹਨੂੰ ਆਪਾਂ ਪੜ੍ਹਦੇ ਹਾਂ ਕਲ ਤਾਰਨ ਗੁਰੂ ਨਾਨਕ ਆਇਆ। ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਲ ਤੇ ਸਭ ਪ੍ਰਿਥਵੀ ਦਿਸੇ ਆਈ। ਜਦ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਚਾ ਸਤਨਾਮ ਦਾ ਚੱਕਰ ਫਿਰਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਸਜਦਾ ਕਰਦਿਆਂ ਬਾਬਾ ਮਰਦਾਨਾ ਜੀ ਨੇ ਕਿਹਾ, ਨਾਨਕ ਕਾਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੈ। ਸਾਧ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਜ਼ਮਤ ਵਡਿਆਈ ਅੱਜ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੁਬਾਰਕ ਚਰਨ ਕਮਲ ਸਥਾਨ ਬਗਦਾਦ ਸ਼ਹਿਰ ਦੇ ਵਿੱਚ ਮੌਜੂਦ ਹੈ। ਇਹ ਸਥਾਨ ਜਦੋਂ ਕਿੰਨੇ ਬਣਾਇਆ? ਸਿੱਖ ਵੀਰ 1914 ਈਸਵੀ ਦੇ ਵਿੱਚ ਦੂਜੀ ਵਰਲਡ ਵਾਰ ਹੋਈ ਤੇ ਸਿੱਖ ਫੌਜੀ ਜਿਹੜੇ ਗੁਰੂ ਘਰ ਦੇ ਨਾਲ ਪ੍ਰੇਮ ਰੱਖਣ ਵਾਲੇ ਸੀ, ਸਿੱਖੀ ਨਾਲ ਪ੍ਰੇਮ ਰੱਖਣ ਵਾਲੇ ਸੀ, ਇਹਨਾਂ ਦੀ ਡਿਊਟੀ ਬਗਦਾਦ ਵਾਲੇ ਪਾਸੇ ਲੱਗੀ, ਈਰਾਨ ਇਰਾਕ ਦੇ ਵਿੱਚ ਲੱਗੀ। ਇਹਨਾਂ ਫਿਰ ਉੱਥੋਂ ਜਾ ਕੇ ਇਤਿਹਾਸ ਦਾ ਸਰਵੇਖਣ ਕੀਤਾ ਵੀ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਸੀ, ਉਹਨਾਂ ਦੇ ਅਸਥਾਨ ਦੇ ਦਰਸ਼ਨ ਕਰਨੇ ਨੇ। ਪਹਿਲਾ ਅਸਥਾਨ ਜਿਸ ਪੱਥਰ ਦੇ ਉੱਪਰ ਬੈਠੇ ਸੀ ਸਿਰਫ ਇਹ ਹੀ ਸੀ, ਪਰ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸੀ ਇਜਾਜ਼ਤ ਲੈ ਕੇ 1914 ਈਸਵੀ ਦੇ ਵਿੱਚ ਸਿੱਖ ਫੌਜੀਆਂ ਨੇ ਬਣਾਇਆ ਸੀ, ਸਿੱਖ ਵੀਰਾਂ ਨੇ ਬਣਾਇਆ ਸੀ। ਜਦੋਂ ਦੂਜੀ ਵਰਲਡ ਵਾਰ ਦੇ ਵਿੱਚ ਉੱਥੇ ਗਏ ਸੀ, ਨਿਸ਼ਾਨ ਸਾਹਿਬ ਚਲਾ ਕੇ ਆਏ। ਤੇ ਸਾਧ ਸੰਗਤ ਜੀ, ਜਿਹੜੀ ਆਪਾਂ ਵਿਚਾਰ ਕਰ ਰਹੇ ਨਾ ਕਿ ਬਾਬਾ ਫਿਰ ਮੱਕੇ ਗਏ, ਉੱਥੇ ਇੱਕ ਬੜੀ ਪਿਆਰੀ ਦਾਸਤਾਨ ਹੈ। ਉਹ ਕਹਿ ਕੇ ਆਪਾਂ ਸਮਾਪਤੀ ਵਾਲੇ ਪਾਸੇ ਆ ਜਾਣਾ ਕਿ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਵੱਲੋਂ
8 ਵਜੇ ਸਮਾਪਤੀ ਦਾ ਹੁਕਮ ਹੋਇਆ। 10-15 ਮਿੰਟ ਬਚੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਜ਼ਮਤ ਤੇ ਵਡਿਆਈ ਜਿੰਨੇ ਵੀ ਪ੍ਰਾਪਤ ਕਰ ਲਈ, ਉਹਨੇ ਮਨ ਵੀ ਗੁਰੂ ਨੂੰ ਅਰਪਣ ਕਰ ਦਿੱਤਾ ਤੇ ਮੱਤ ਵੀ ਗੁਰੂ ਦੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀ। ਸਿੱਖਾਂ ਦਾ ਮਨ ਨੀਵਾਂ ਤੇ ਮੱਤ ਉੱਚੀ, ਜਿਹੜੀ ਆਪਾਂ ਜਾਚ ਸਿੱਖਣ ਵਾਸਤੇ ਆਏ। ਉੱਥੇ ਸਿੱਖ ਇਤਿਹਾਸ ਦੀ ਤਵਾਰੀਖ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਨਾਮ ਆਇਆ ਪੀਰ ਬਹਿਲੋਲ ਦਾਨੇ ਦਾ। ਇਹ ਬੜਾ ਮਸਤਾਨਾ ਫਕੀਰ ਹੈ, ਬੜਾ ਵਜਦ ਦੇ ਵਿੱਚ ਗਾਉਣ ਵਾਲਾ ਫਕੀਰ ਹੈ। ਜਿਹਦੀ ਠੀਕ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਪ੍ਰੋਫੈਸਰ ਪੂਰਨ ਸਿੰਘ ਸਾਹਿਬ ਜੀ ਨੇ ਇਹਦੇ ਬਾਬਤ ਇੱਕ ਕਿਤਾਬ ਲਿਖੀ ਹੈ, ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਿਉਪਾਰੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਪ੍ਰੇਮ ਰੱਖਣ ਵਾਲਾ। 17 ਦਿਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਨਗਰ ਦੇ ਵਿੱਚ ਰਹੇ। 17 ਦਿਨ ਇਹ ਪੀਰ ਬਹਿਲੋਲ ਦਾਨਾ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਕਰਦਾ ਰਿਹਾ। ਤੇ ਜਿਸ ਪੱਥਰ ਦੇ ਉੱਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵਿਰਾਜਮਾਨ ਹੋਏ ਸੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਜਾਣ ਦੀ ਗੱਲ ਕਰਦੇ ਸੀ ਵੀ ਅਸੀਂ ਹੁਣ ਬਗਦਾਦ ਤੋਂ ਵਾਪਸ ਚਲੇ ਜਾਣਾ, ਤੇ ਪੀਰ ਬਹਿਲੋਲ ਜਿਹੜਾ ਸੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਕੜ ਲੈਂਦਾ ਸੀ, ਪਾਤਸ਼ਾਹ ਜੀ ਕੁਝ ਦਿਨ ਹੋਰ ਠਹਿਰ ਜਾਓ, ਮੇਰਾ ਮਨ ਹੀ ਨਹੀਂ ਇਜਾਜ਼ਤ ਕਰਦਾ ਵੀ ਤੁਸੀਂ ਇਸ ਥਾਂ ਤੋਂ ਚਲੇ ਜਾਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ 17 ਦਿਨ ਬਗਦਾਦ ਨਗਰ ਵਿੱਚ ਰਹੇ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਗਦਾਦ ਸ਼ਹਿਰ ਜਾਣ ਉਪਰੰਤ, ਬਗਦਾਦ ਤੋਂ ਵਾਪਸ ਜਾਣ ਉਪਰੰਤ, ਪੀਰ ਬਹਿਲੋਲ ਦਾਨਾ ਨੇ ਆਪਣਾ ਨੇਮ ਹੀ ਬਣਾ ਲਿਆ। ਆਪਣੀ ਕੁਟੀਆ ਛੱਡ ਕੇ ਜਿਸ ਪੱਥਰ ਦੇ ਉੱਪਰ, ਉੱਥੇ ਗੁਰਦੁਆਰਾ ਪੱਥਰ ਸਾਹਿਬ ਹੈ ਅੱਜ, ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸੀ, ਦਸਤਗੀਰ ਦੇ ਨਾਲ ਵਿਚਾਰ ਹੋਏ ਸੀ, ਉਹਦੇ ਉੱਪਰ ਹੀ ਆਪਣਾ ਟਿਕਾਣਾ ਬਣਾ ਲਿਆ। ਉਹਦੇ ਨਾਲ ਹੀ ਢਾਸਣਾ ਲਾ ਕੇ ਬੈਠਾ ਰਹਿੰਦਾ। ਇਤਿਹਾਸ ਦੇ ਇੱਥੋਂ ਤੱਕ ਕਹਿੰਦਾ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿਛੋੜੇ ਵਿੱਚ ਕਈ ਦਿਨ ਉਹ ਮਨ ਦੇ ਵਿੱਚ ਬੈਰਾਗ ਹੀ ਕਰਦਾ ਰਿਹਾ। ਪੀਰ ਬਹਿਲੋਲ ਦਾਨਾ ਨੇ ਇੰਨਾ ਪਿਆਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੂੰ, ਭਾਵੇਂ ਇਸਲਾਮ ਦੇ ਵਿੱਚ ਰਹਿੰਦਾ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਛੋੜੇ ਦੇ ਵਿੱਚ ਚਲੇ ਜਾਣ ਤੋਂ ਬਾਅਦ ਕਈ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਛੋੜੇ ਵਿੱਚ ਵੈਰਾਗ ਕਰਦਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਿੱਤੀ ਹੋਈ ਬਖਸ਼ਿਸ਼, ਇੱਕ ਅਰਬੀ ਭਾਸ਼ਾ ਦੇ ਵਿੱਚ ਗੁੜਕਾ ਸਾਹਿਬ, ਉਸ ਗੁੜਕੇ ਸਾਹਿਬ ਜੀ ਦੇ ਵਿੱਚ ਮੱਕੇ ਮਦੀਨੇ ਦੀ ਸਾਰੀ ਗੋਸ਼ਟੀ ਦਾ ਵੇਰਵਾ ਜਿਹੜਾ ਹੈ ਉਹ ਅੱਜ ਵੀ ਪੀਰ ਬਹਿਲੋਲ ਦਾਨਾ ਦੇ ਕੁਤਬੇ ਦੇ ਕੋਲ ਜਿਹੜਾ ਹੈ ਉਹਨਾਂ ਦੇ ਕੋਲ ਪਿਆ ਹੋਇਆ ਹੈ। ਹੁਣ ਤੇ ਜਦੋਂ ਅਮਰੀਕਾ ਨੇ ਹਮਲਾ ਕੀਤਾ ਸੀ ਇਰਾਕ ਦੇ ਉੱਪਰ, ਉਸ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਨੂੰ ਬੜੀ ਵੱਡੀ ਠੇਸ ਪਹੁੰਚੀ। ਬੰਬਬਾਰੀ ਹੋਣ ਕਰਕੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ 2017 ਤੱਕ ਤੇ ਢਹਿ ਢੇਰੀ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਜਿੰਨੇ ਵੀ ਗੁਰੂ ਸਵਾਰਿਓ ਪ੍ਰਾਪਤ ਕੀਤੀ, ਭਾਵੇਂ ਉਹ ਇਸਲਾਮ ਦੇ ਵਿੱਚ ਸੀ, ਭਾਵੇਂ ਹਿੰਦੂ ਧਰਮ ਦੀ ਸ਼ਰੀਅਤ ਦੇ ਵਿੱਚ ਸੀ, ਭਾਵੇਂ ਕਿਸੇ ਰੂਪ ਦੇ ਵਿੱਚ ਸੀ, ਭਾਈ ਗੁਰਦਾਸ ਸਾਹਿਬ ਜੀ ਨੇ ਇੱਥੋਂ ਤੱਕ ਬਖਸ਼ਿਸ਼ ਕੀਤੀ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨਾਲ ਜੇ ਦੈਂਤ ਲੱਗੇ, ਨੂਰ ਸ਼ਾਹ ਵਰਗੀ ਜਾਦੂ ਕਰਨੀ ਲੱਗੀ, ਠੱਗਾਂ ਦੇ ਟੋਲੇ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਦਾ ਉਧਾਰ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿੰਨੇ ਸ਼ਬਦ ਆਪਣੇ ਜੀਵਨ ਵਿੱਚ ਸਰਵਣ ਕਰ ਲਿਆ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੀਰਤਨ ਨੇ ਉਸ ਦਾ ਉਧਾਰ ਕਰਕੇ ਰੱਖ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ ਆਪਾਂ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਆਏ ਸਾਧ ਸੰਗਤ ਜੀ, ਗੁਰੂ ਘਰ ਦੀ ਮਨਾਈ ਹੋਈ ਭਾਈ ਗੁਰਦਾਸ ਸਾਹਿਬ ਜੀ ਇੱਥੋਂ ਤੱਕ ਲਿਖਿਆ, ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਾਂਦੇ। ਵੀ ਮੈਂ ਉਹਨਾਂ ਸਿੱਖਾਂ ਤੋਂ ਕੁਰਬਾਨ ਜਾਨਾ ਜਿਹੜੇ ਆਪਣੇ ਵੱਡੇ ਵਡੇਰਿਆਂ ਦੇ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ। ਪਰ ਇੱਕ ਗੱਲ ਹੋਰ ਸਿੱਖਣ ਵਾਲੀ, ਜਿੱਥੇ ਅਸੀਂ ਏਡਾ ਵੱਡਾ ਪ੍ਰਬੰਧ ਕਰ ਰਹੇ ਹਾਂ, ਕੁਝ ਨਾ ਕੁਝ ਗੁਣ ਜਿਹੜੇ ਨੇ, ਬੜੀ ਮਨ ਨੂੰ ਖੁਸ਼ੀ ਹੋਈ। ਸਮਾਗਮ ਦੀ ਸਮਾਪਤੀ ਉਪਰੰਤ ਛੋਟੇ ਬੱਚੇ, ਕੋਈ ਕਥਾ ਸੁਣਾ ਰਿਹਾ ਸੀ, ਕੋਈ ਕੀਰਤਨ ਸੁਣਾ ਰਿਹਾ ਸੀ, ਕੋਈ ਗੱਤਕਾ ਵਿਖਾ ਰਿਹਾ ਸੀ, ਖਾਲਸੇ ਦੇ ਜਾਹੋ ਜਲਾਲ ਦੇ ਜਕਾਰੇ ਛੱਡੇ ਜਾ ਰਹੇ ਸੀ। ਜਦੋਂ ਇਹੋ ਜਿਹੇ ਨਿਵੇਕਲੇ ਪ੍ਰਬੰਧ ਅਸੀਂ ਕਰਾਂਗੇ, ਸਾਡਾ ਆਉਣ ਵਾਲਾ ਸਮਾਂ ਜਿਹੜਾ ਆਪਣੇ ਆਪ ਸਾਡਾ ਭਵਿੱਖ ਸੁਧਰੇਗਾ। ਸੋਹਣਾ ਪ੍ਰਬੰਧ ਇਸੇ ਤਰ੍ਹਾਂ ਹੀ ਚੱਲਣਾ ਚਾਹੀਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ, ਜਿਵੇਂ ਆਪਾਂ ਇੰਨਾ ਸੋਹਣਾ ਸੁਚੱਜਾ ਪ੍ਰਬੰਧ ਕੀਤਾ, ਇਹੋ ਜਿਹੇ ਨਾਲ ਨਿਵੇਕਲੇ ਪ੍ਰਬੰਧ, ਗੁਰਬਾਣੀ ਕੰਠ ਮੁਕਾਬਲੇ, ਕੀਰਤਨ ਦੇ ਮੁਕਾਬਲੇ, ਦਸਤਾਰ ਦੇ ਮੁਕਾਬਲੇ, ਤਾਂ ਕਿ ਸਾਡੇ ਬੱਚਿਆਂ ਦੇ ਮਨ ਦੇ ਵਿੱਚ ਚਾਅ ਉਤਪੰਨ ਹੋ ਸਕੇ। ਅੱਜ ਇੱਕ ਬੜੀ ਪਿਆਰੀ ਘਟਨਾ ਸਿਰਫ ਜਿਹੜੀ ਅੱਜ ਵਰਤੀ, ਤਰਨਤਾਰਨ ਦੇ ਇਲਾਕੇ ਦੇ ਵਿੱਚ ਕੋਈ ਸਿੱਖ
ਕਵੀਸ਼ਰੀ ਦੀ ਸੇਵਾ ਕਰਨ ਵਾਸਤੇ ਗਿਆ, ਮਿੱਤਰ ਪਿਆਰਾ ਸੀ। ਤੇ ਉੱਥੇ ਇੱਕ ਬਜ਼ੁਰਗ ਬਾਬਾ ਜੀ ਨੇ ਅਰਦਾਸ ਦੇ ਵਿੱਚ ਆਪਣਾ ਨਾਮ ਆ ਕੇ ਲਿਖਾਇਆ ਕਿ ਚੌਧਰੀ ਅਤਾਉੱਲਾ ਖਾਨ। ਸਿਰ ਤੇ ਦਸਤਾਰ ਹੈ, ਸੋਹਣਾ ਦਾੜਾ ਪ੍ਰਕਾਸ਼ ਹੈ ਤੇ ਸਿੱਖਾਂ ਵਰਗਾ ਸੋਹਣਾ ਕੁੜਤਾ ਪਜਾਮਾ ਪਹਿਨਿਆ ਹੋਇਆ। ਉਹਦਾ ਪੋਤਰਾ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਤੋਂ ਕੁਝ ਦਿਨ ਪਹਿਲਾਂ ਦਸਤਾਰ ਮੁਕਾਬਲੇ ਦੇ ਵਿੱਚੋਂ ਅਵੱਲ ਹੋਇਆ। ਜਦੋਂ ਨਾਮ ਲਿਆ ਗਿਆ, ਸਟੇਜ ਤੋਂ ਅਨਾਉਂਸ ਹੋਏ, ਬਜ਼ੁਰਗ ਨੂੰ ਪੁੱਛਿਆ ਗਿਆ ਵੀ ਇਹ ਕਿਹੜੇ ਨੇ ਚੌਧਰੀ ਅਤਾਉੱਲਾ ਖਾਨ? ਤੇ ਉਹ ਬਜ਼ੁਰਗ ਖੜੇ ਹੋਏ, ਕਹਿੰਦੇ ਜੀ ਮੈਂ ਆ, ਪਰ ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੱਕਾ ਸਿੱਖ ਹਾਂ, ਮੇਰਾ ਸਾਰਾ ਪਰਿਵਾਰ ਸਿੱਖ ਹੈ, ਸਾਰੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ, ਸਾਰੇ ਗੁਰੂ ਕੀ ਸਿੱਖਿਆ ਨਾਲ ਜੁੜੇ ਹੋਏ ਹਾਂ। ਮਾਫ ਕਰਨਾ, ਅਸੀਂ ਇਹ ਗੱਲਾਂ ਆਪਣੇ ਘਰਾਂ ਦੇ ਵਿੱਚੋਂ ਹੌਲੀ ਹੌਲੀ ਕਰਕੇ ਵਿਸਾਰਦੇ ਜਾਂ ਸਾਡੇ ਵਿਰਸੇ ਦੇ ਵਿੱਚੋਂ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ। ਬੜੀ ਵੱਡੀ ਬਖਸ਼ਿਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਬੜੀ ਵੱਡੀ ਵਡਿਆਈ ਜਿਹੜੀ ਜਪਜੀ ਸਾਹਿਬ ਜੀ ਦੇ ਰੂਪ ਦੇ ਵਿੱਚ ਸਾਡੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਨ ਨੂੰ ਸੁਧਾਰਨ ਵਾਸਤੇ ਬਖਸ਼ਿਸ਼ ਕੀਤੀ ਹੈ, ਉਸ ਦੇ ਨਾਲ ਜੁੜੀ ਇਹ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਸ ਜੀਵੜਾ ਵਰਨਾ ਕੋਈ। ਸਮਾਂ ਸਮਾਪਤ ਹੋ ਚੁੱਕਾ ਸਾਧ ਸੰਗਤ ਜੀ, 2-4 ਮਿੰਟ ਬਚੇ। ਇੱਕ ਬੜੀ ਪਿਆਰੀ ਦਾਸਤਾਨ ਕਿ ਬੜੇ ਵੱਡੇ ਫਿਲਾਸਫਰ, ਰੂਸ ਸ਼ਹਿਰ ਦਾ ਇੱਕ ਬੜਾ ਉੱਘਾ ਫਿਲਾਸਫਰ, ਸਾਇੰਸਦਾਨ, ਬੜਾ ਪੜ੍ਹਿਆ ਲਿਖਿਆ, ਇੱਕ ਬੜਾ ਫੇਮਸ ਚਿੱਤਰਕਾਰ ਨਿਕਲਸ ਰੋਰਿਕ 1875 ਈਸਵੀ ਦੇ ਵਿੱਚ ਰਸ਼ੀਆ ਦੇ ਵਿੱਚ ਜਨਮਿਆ। ਰਸ਼ੀਆ ਦੇਸ਼ ਤੁਸੀਂ ਕਾਮਰੇਡਾਂ ਦਾ ਕਹਿੰਦੇ, ਨਾਸਤਕਾਂ ਦਾ ਕਹਿੰਦੇ, ਉਸ ਦੇਸ਼ ਦੇ ਵਿੱਚ ਜਨਮਿਆ। ਸਾਰੇ ਦੇਸ਼ ਦਾ ਭਰਮਣ ਕੀਤਾ, ਸਾਰੇ ਦੇਸ਼ ਦਾ ਉਹਨੇ ਰਟਨ ਕੀਤਾ, ਸਾਰੇ ਦੇਸ਼ ਦੇਸ਼ਾਂਤਰਾਂ ਦੇ ਵਿੱਚ ਵਿਚਰਿਆ, ਅਖੀਰ ਨੂੰ ਪੰਜਾਬ ਦੇ ਵਿੱਚ ਆਇਆ। ਇਹ ਗੱਲ ਕਹਿ ਕੇ ਆਪਾਂ ਸਮਾਪਤੀ ਕਰਨੀ। ਤੇ ਪੰਜਾਬ ਦੇ ਵਿੱਚ ਆਇਆ, ਸ਼੍ਰੀ ਅੰਮ੍ਰਿਤਸਰ ਸਾਹਿਬ ਆ ਗਿਆ, ਸ਼੍ਰੀ ਹਰਿਮੰਦਰ ਸਾਹਿਬ ਵੀ ਦਰਸ਼ਨ ਦਿਦਾਰੇ ਕੀਤੇ ਤੇ ਪਤਾ ਲੱਗਾ ਵੀ ਕੋਈ ਸੰਸਾਰ ਦੇ ਉੱਪਰ ਸਿੱਖ ਧਰਮ ਵੀ ਹੈ ਤੇ ਸਿੱਖ ਧਰਮ ਦੇ ਬਾਰੇ ਗਿਆਨ ਹਾਸਲ ਕੀਤਾ। ਤੇ ਗਿਆਨ ਹਾਸਲ ਕਰਦਿਆਂ ਇੰਨਾ ਲਗਾਓ ਪੈਦਾ ਹੋ ਗਿਆ ਸਿੱਖੀ ਦੇ ਨਾਲ, ਸਿੱਖ ਫਲਸਫੇ ਦੇ ਨਾਲ, ਗੁਰਬਾਣੀ ਦੇ ਨਾਲ। ਆ ਸ਼ਿਮਲੇ ਦੇ ਲਾਗੇ ਅਖੀਰਲੇ ਸਵਾਸ ਉਹਨੇ ਲੈ 1947 ਦਸੰਬਰ 13 ਨੂੰ ਉਹ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਹੀ ਆਪਣਾ ਉਹਨੇ ਸਮਾਂ ਸਮਾਪਤ ਕੀਤਾ, ਨਿਕਲਸ ਰੋਰਿਕ ਨੇ। ਤੇ ਆਪਣੇ ਪਰਿਵਾਰ ਨੂੰ ਜਾਣ ਤੋਂ ਪਹਿਲਾਂ ਇੱਕ ਗੱਲ ਦੀ ਹਦਾਇਤ ਕਰਕੇ ਗਿਆ ਵੀ ਭਾਵੇਂ ਮੈਂ ਰੂਸ ਦੇ ਵਿੱਚ ਜੰਮਿਆ ਪਲਿਆ, ਸਾਡਾ ਇਹ ਕਾਨੂੰਨ ਹੈ ਵੀ ਜਦੋਂ ਕੋਈ ਸਰੀਰ ਤਿਆਗ ਜਾਂਦਾ ਸਾਨੂੰ ਦਫਨਾਇਆ ਜਾਂਦਾ ਹੈ, ਪਰ ਮੇਰਾ ਹੁਣ ਪਿਆਰ ਸਿੱਖੀ ਦੇ ਨਾਲ ਬਣ ਚੁੱਕਾ। ਜਦੋਂ ਮੈਂ ਆਪਣਾ ਸਰੀਰ ਛੱਡਾਂ ਤੁਸੀਂ ਮੈਨੂੰ ਦਫਨਾਓ ਤੇ ਮੇਰੇ ਦਫਨਾਉਣ ਸਮੇਂ ਸੁਖਮਨੀ ਸਾਹਿਬ ਜੀ ਦਾ ਗੁਟਕਾ ਮੇਰੇ ਕਫਨ ਦੇ ਵਿੱਚ ਜ਼ਰੂਰ ਰੱਖਣਾ। ਇੱਕ ਸਮੇਂ ਦਾ ਫਿਲਾਸਫਰ ਹੋਵੇ, ਸਾਇੰਸਦਾਨ ਹੋਵੇ, ਚਿੱਤਰਕਾਰ ਹੋਵੇ, 1875 ਈਸਵੀ ਦੇ ਵਿੱਚ ਜਨਮਿਆ ਹੋਵੇ ਰਸ਼ੀਆ ਦੇ ਵਿੱਚ, 1947 ਦੇ ਵਿੱਚ 13 ਦਸੰਬਰ ਨੂੰ ਇੰਡੀਆ ਦੇ ਵਿੱਚ ਆ ਕੇ ਪੂਰਾ ਹੋਇਆ ਹੋਵੇ, ਪਰ ਸਿੱਖੀ ਨਾਲ ਪਿਆਰ ਕਿੰਨਾ ਬਣ ਗਿਆ, ਸੁਖਮਨੀ ਸਾਹਿਬ ਦੇ ਨਾਲ ਪਿਆਰ ਕਿੰਨਾ ਬਣ ਗਿਆ ਵੀ ਜਦੋਂ ਮੈਂ ਜਾਵਾਂ ਹੁਣ ਮੇਰਾ ਅਗਲਾ ਸਫ਼ਰ, ਪਿਛਲਾ ਸਫ਼ਰ ਤੇ ਜਿਹੜਾ ਮੈਂ ਸਮਾਪਤ ਕਰ ਲਿਆ, ਘੱਟ ਤੋਂ ਘੱਟ ਮੇਰਾ ਅਗਲਾ ਸਫ਼ਰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਕੇ ਆਰੰਭ ਹੋਵੇ। ਇਹ ਅਰਦਾਸ ਆਪਾਂ ਵੀ ਰਲ ਮਿਲ ਕੇ ਕਰੀਏ। ਸਤਿਗੁਰੂ ਤੁਹਾਡੇ ਦਰ ਤੇ ਝੁਕੇ ਆ, ਗੁਰਪੁਰਬ ਮਨਾਉਣ ਵਾਸਤੇ ਆਏ ਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰੋ, ਅਸੀਂ ਨਿਤਨੇਮ ਦੇ ਧਾਰਨੀ ਹੋ ਸਕੀਏ, ਅੰਮ੍ਰਿਤ ਵੇਲੇ ਦੀ ਸੰਭਾਲ ਕਰ ਸਕੀਏ, ਸ਼ਾਮ ਨੂੰ ਸਾਡੇ ਘਰਾਂ ਦੇ ਵਿੱਚ ਰਹਿ ਰਾਸ ਸਾਹਿਬ ਜੀ ਦਾ ਪਾਠ ਗੂੰਜੇ, ਤੁਹਾਡੇ ਧਰਮ ਦੇ ਫਲਸਫੇ ਅਨੁਸਾਰ ਸਾਡੇ ਜੀਵਨ ਦਾ ਬਸਰ ਹੋਵੇ, ਸਾਡੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਜਾਣ। ਆਓ ਰਲ ਮਿਲ ਕੇ ਅਰਦਾਸ ਕਰੀਏ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੂ ਦੁਆਰ, ਬਾਹੇ ਗਹੇ ਕੀ ਲਾਜ ਅਸ, ਗੋਬਿੰਦਾਸ ਤੁਹਾਰ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਰਹਿਮਤ ਕਰਨ, ਕਿਰਪਾ ਕਰਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਗੁਰੂ ਪਿਆਰੀ ਸਾਧ ਸੰਗਤ ਜੀ, ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਉਚੇਚੇ ਤੌਰ ਤੇ ਹਾਜ਼ਰੀ ਭਰਨ ਵਾਸਤੇ ਨਿਮੰਤਰਣ ਦਿੱਤਾ, ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਤਿਕਾਰਯੋਗ ਗਿਆਨੀ ਜੀ, ਹੈੱਡ ਗ੍ਰੰਥੀ ਭਾਈ ਗੁਰਚਰਨ ਸਿੰਘ ਜੀ, ਬੜੇ ਮੁਬਾਰਕ ਰਸਨਾ ਤੋਂ ਆਪ ਜੀ ਨੂੰ ਕਥਾ ਦੇ ਨਾਲ ਨਿਹਾਲ ਕਰਦੇ ਨੇ, ਉਹਨਾਂ ਦਾ ਵੀ ਧੰਨਵਾਦ।
ਗੁਰੂ ਰਹਿਮਤ ਕਰਨ, ਸਭ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਸਭ ਨੂੰ ਚੜ੍ਹਦੀਆਂ ਕਲਾਂ ਦੀ ਦਾਤ ਬਖਸ਼ਿਸ਼ ਕਰਨ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ